ਸਬਸਕ੍ਰਾਈਬ ਕਰੋ ਸਾਡਾ ਚੈਨਲ 47 ਨਾਮਾ ਤੇ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਘੰਟੀ ਦਾ ਬਟਨ ਜ਼ਰੂਰ ਦਬਾਓ। ਅਸੀਂ ਐ ਮੁਸਲਮਾਨ ਪਠਾਨ ਵਾਹ ਜੀ ਵਾਹ। ਜਿੱਥੋਂ ਕਰ ਲਈ ਜ਼ਬਾਨ ਸਿਰ ਉੱਡ ਜਾਵੇ ਕਦੋਂ ਨਹੀਂ ਪਿੱਛੇ ਹਟਣਾ। ਇੱਥੇ ਜਿਹੜੇ ਸਾਡੇ ਲੋਕ ਜਾਂਦੇ ਸੀ ਇੱਥੋਂ ਤੁਰ ਕੇ ਕਿੱਥੇ ਜੋ ਬੰਗੇ ਗੜ੍ਹ ਸ਼ੰਕਰ ਆ ਤਾਂ ਕਿੱਥੇ ਨਵਾਂ ਸ਼ਹਿਰ ਆ ਉੱਥੇ ਤੱਕ ਏਦਾਂ ਤੁਰੇ ਆਉਣਾ ਜਿੱਦਾਂ ਕੋਈ ਮਕਾਣੇ ਗਏ ਹੁੰਦੇ ਆ ਤਲ ਬਣ ਜਾਣਾ। ਅੱਛਾ ਗੋਲੀ ਇੱਕ ਦੇ ਮਾਰ ਨਹੀਂ ਲੱਗਣੀ ਦੋ ਦੇ ਜਾਂ ਤਿੰਨਾਂ ਦੇ। ਕਾਫੀ ਲੋਕ ਉੱਥੇ ਕਤਲ ਹੋਏ ਮਾਰਨ ਗਏ। 13 ਦਿਨ ਜਾਣੀ ਕਿ ਠਾ ਠਾ ਰਾਤ ਨੂੰ ਵੀ ਦਿਨ ਵੀ ਹੁੰਦੀ ਰਹੀ। ਅੱਜ ਮੈਂ ਪਹੁੰਚਿਆ ਜੀ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇੱਕ ਪਿੰਡ ਬੰਡਾਲੇ ਵਿੱਚ। ਬੰਡਾਲਾ ਪਿੰਡ ਕਈ ਕਾਰਨਾਂ ਕਰਕੇ ਪੂਰੇ ਪੰਜਾਬ ਵਿੱਚ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਰਿਹਾ। ਖਾਸ ਤੌਰ 'ਤੇ ਕਾਮਰੇਡ ਹਰਕਿਸ਼ਨ ਸਿੰਘ ਸਰਜੀਤ ਜੀ ਇਸ ਪਿੰਡ 'ਚ ਸੀਗੇ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਕਿੰਗ ਮੇਕਰ ਵਜੋਂ ਵੀ ਜਾਣਿਆ ਜਾਂਦਾ। ਜੇ ਦੂਜੇ ਐਂਗਲ ਤੋਂ ਦੇਖਿਆ ਜਾਵੇ ਸਾਹਿਤਕ ਪੱਖ ਤੋਂ ਤਾਂ ਇਸ ਪਿੰਡ ਦੇ ਇੱਕ ਬਹੁਤ ਹੀ ਉੱਘੇ ਵਿਦਵਾਨ ਹੋਏ ਨੇ ਜਨਾਬ ਕਰਤਾਰ ਸਿੰਘ ਅਰਸ਼ ਜੀ, ਜਿਨ੍ਹਾਂ ਨੇ ਸੂਫੀ ਫਕੀਰ ਸਰਮਦ ਦੀਆਂ ਰਵਾਈਆਂ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਸੀ। ਇੱਕ ਹੋਰ ਸਾਡੇ ਬਹੁਤ ਹੀ ਮਹਾਨ ਕਵੀ ਜਿਹੜੇ ਕਿ ਖੁਦ ਕਿਰਤੀ ਸੀਗੇ, ਭੱਠੇ ਤੇ ਕੰਮ ਕਰਦੇ ਸੀ, ਬਥੇਰੇ ਸੀ, ਲੇਕਿਨ ਉਹਨਾਂ ਨੇ ਬੜੀ ਉੱਚ ਕੋਟੀ ਦੀ ਕਵਿਤਾ ਲਿਖੀ। ਜਨਾਬ ਗੁਰਦਾਸ ਰਾਮ ਆਲਮ ਜੀ ਉਹ ਵੀ ਇਸੇ ਪਿੰਡ ਦੇ ਸੀਗੇ। ਫਿਰ ਬਿਲਕੁਲ ਇਸ ਪਿੰਡ ਦੇ ਨਾਲ ਇੱਕ ਪਿੰਡ ਲੱਗਦਾ ਜੀ ਰਾਜ ਗੋਮਾਲ। ਐਕਚੁਅਲੀ ਇਸੇ ਪਿੰਡ ਦਾ ਹਿੱਸਾ ਆ। ਜੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਡਾਕਟਰ ਜਗਤਾਰ ਜੀ ਦੇ ਬਜ਼ੁਰਗ ਕਦੀ ਇਸੇ ਪਿੰਡ ਤੋਂ ਹਿਜਰਤ ਕਰਕੇ ਉਹਨਾਂ ਨੇ ਇੱਕ ਨਵਾਂ ਪਿੰਡ ਬੰਨ੍ਹਿਆ ਸੀ ਸਾਂਝੀ ਥਾਂ ਦੇ ਵਿੱਚ, ਜਿਹਦਾ ਨਾਂ ਰੱਖਿਆ ਸੀ ਰਾਜ ਗੋਮਾਲ, ਜਿਹੜਾ ਕਿ ਰਾਜ ਗਊਮਾਲ ਤੋਂ ਬਣਿਆ ਸੀ। ਸੋ ਇਸੇ ਤਰ੍ਹਾਂ ਨਵੀਂ ਪੀੜ੍ਹੀ ਦੇ ਵਿੱਚ ਡਾਕਟਰ ਜਗਵਿੰਦਰ ਜੋਧਾ ਜੀ ਪੰਜਾਬੀ ਗਜ਼ਲ ਤੇ ਆਲੋਚਨਾ ਦੇ ਖੇਤਰ ਦੇ ਵਿੱਚ ਇੱਕ ਵੱਡਾ ਨਾਂ ਨੇ ਜੀ। USA ਰਹਿੰਦੇ ਕੁਲਵਿੰਦਰ ਜੀ ਜਿਹੜੇ ਕਿ ਸਾਡੇ ਬਹੁਤ ਉੱਚ ਕੋਟੀ ਦੇ ਸ਼ਾਇਰ ਨੇ, ਉਹ ਵੀ ਇਸੇ ਪਿੰਡ ਦੇ ਨੇ। ਤੇ ਹੁਣ ਆਪਾਂ ਗੱਲ ਕਰਨ ਲਈ ਇੱਕ ਬਜ਼ੁਰਗ ਉਹਨਾਂ ਨੂੰ ਦਾਵਤ ਦਿੱਤੀ ਹੈ ਜਗਵਿੰਦਰ ਜੋਧਾ ਉਹਨਾਂ ਦੇ ਘਰ। ਇਹ ਮੁਸਲਮਾਨ ਪਰਿਵਾਰ 'ਚੋਂ ਨੇ ਜਿਹੜੇ 47 ਦੇ ਵਿੱਚ ਇੱਥੇ ਰੱਖ ਲਏ ਗਏ, ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਆਪਣੀ ਹਿੱਕ ਨਾਲ ਲਾ ਕੇ ਰੱਖਿਆ, ਜਿਹੜਾ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਆ ਵੀ ਇਹ ਪਿੰਡ ਉਸ ਵੇਲੇ 47 ਦੇ ਵਿੱਚ ਬੜਾ ਪੜ੍ਹਿਆ ਲਿਖਿਆ ਔਰ ਸਾਰੀਆਂ ਬਰਾਦਰੀਆਂ ਨੂੰ, ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲਾ ਪਿੰਡ ਹੋਊਗਾ। ਮੇਰੇ ਨਾਲ ਜਿਹੜੇ ਬਜ਼ੁਰਗ ਬੈਠੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ 47 ਦੇ ਆਰ-ਪਾਰ ਦੀ, ਪੁੱਛਾਂਗੇ 47 ਤੋਂ ਪਹਿਲਾਂ ਇਸ ਪਿੰਡ ਦਾ ਕਿਸ ਤਰ੍ਹਾਂ ਦਾ ਮਾਹੌਲ ਸੀ, 47 'ਚ ਕੀ ਵਾਪਰਿਆ, 47 ਤੋਂ ਬਾਅਦ ਇਹ ਜਿਹੜਾ ਸਿੱਖ ਭਾਈਚਾਰਾ ਸੀ, ਇੱਥੇ ਦਾ ਹਿੰਦੂ ਭਾਈਚਾਰਾ ਸੀ, ਉਹਨਾਂ ਦਾ ਇਹਨਾਂ ਪ੍ਰਤੀ ਕਿਸ ਤਰ੍ਹਾਂ ਦਾ ਵਿਵਹਾਰ ਰਿਹਾ। ਲਓ ਜੀ ਕਰਦੇ ਹਾਂ ਗੱਲਬਾਤ। ਬਾਬਾ ਜੀ ਸਲਾਮ। ਕੀ ਸ਼ੁਭ ਨਾਮ ਜੀ ਆਪਣਾ? ਸਰਵਣ ਖਾਂ। ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਮ ਦੀ ਗੱਲ ਕਰਦੇ ਹਾਂ, ਕਿੱਡਾ ਖੂਬਸੂਰਤ ਨਾਂ ਆ ਸਰਵਣ ਖਾਨ। ਅਸੀਂ ਐ ਮੁਸਲਮਾਨ ਪਠਾਨ। ਵਾਹ ਜੀ ਵਾਹ। ਜਿੱਥੋਂ ਕਰ ਲਈ ਜ਼ਬਾਨ ਸਿਰ ਉੱਡ ਜਾਵੇ ਕਦੋਂ ਨਹੀਂ ਪਿੱਛੇ ਹਟਣਾ। ਜਿਹੜਾ ਤੁਹਾਡਾ ਨਾਂ ਸੀ ਇਹ 47 ਤੋਂ ਪਹਿਲਾਂ ਇਹ ਨਾਂ ਰੱਖਿਆ ਗਿਆ ਸੀ? ਜਿੱਦਣ ਤੋਂ ਆਪਣੀ ਮਾਂ ਦੇ ਪੇਟ ਚੋਂ ਪੈਦਾ ਹੋਏ ਆ ਜੀ। ਮੇਰਾ ਨਾਂ ਸਰਵਣ ਖਾਂ ਆ, ਮੇਰੇ ਬਾਪ ਦਾ ਨਾਂ ਰੂੜੇ ਖਾਂ ਆ ਜੀ, ਮੇਰੇ ਬਾਬੇ ਦਾ ਨਾਂ ਸੀ ਨੱਥੇ ਖਾਂ। ਸਾਡੇ ਜਿੰਨੇ ਆ ਜੰਮਣਗੇ ਖਾਂ, ਜੰਮਣਗੇ ਨਹੀਂ ਤਾਂ ਜੰਮਣਗੇ ਨਾ। ਵਾਹ ਜੀ ਵਾਹ। ਪਠਾਣਾ ਨੂੰ ਲਾਜ ਵਾ। ਚੜਾਈ ਉਤਰਾਈ ਜਿੰਨੀ ਕੁ ਮੈਂ ਦੇਖੀ ਆ ਆਪਣੀ ਹੋਸ਼ 'ਚ ਜੀ, ਕਿਸੇ ਨਹੀਂ ਦੇਖੀ। ਵਾਹ ਜੀ ਵਾਹ। ਉਹ ਤੁਹਾਡੀਆਂ ਉਤਰਾਈਆਂ ਚੜਾਈਆਂ ਉਹ ਸਾਰੀਆਂ ਆਪਾਂ ਰਿਕਾਰਡ ਕਰਨੀਆਂ। ਆਪਣੇ ਬਜ਼ੁਰਗਾਂ ਬਾਰੇ ਦੱਸੋ ਵੀ ਤੁਹਾਡੇ ਬਜ਼ੁਰਗ ਕਿੱਥੋਂ ਆਏ ਸੀ ਇੱਥੇ, ਜਾਂ ਇੱਥੇ ਦੇ ਜੱਦੀ ਸੀ? ਉਹਦੀ ਆਏ ਕਿਤੋਂ ਨਹੀਂ ਸੀ ਜੀ। ਬਾਬੇ ਵੀ ਪੇ ਵੀ ਸਾਡੇ, ਅਸੀਂ ਵੀ
ਉਦੋਂ ਸੰਨ 47 ਵਿੱਚ ਉਹਨਾਂ ਨੇ ਮਿਲਟਰੀ ਵਾਲਿਆਂ ਨੇ ਜ਼ੋਰ ਬਹੁਤ ਲਾਇਆ ਜੀ ਵੀ ਜੀ ਤੁਹਾਨੂੰ ਆਰਡਰ ਇਹ ਆ ਵੀ ਮੁਸਲਮਾਨ ਜਿਹੜੇ ਆ ਇੱਧਰ ਰਹਿਣ ਨਹੀਂ ਦੇਣੇ, ਜੀ ਜੀ ਤੁਹਾਨੂੰ ਜ਼ਬਰਦਸਤੀ ਲਿਜਾਣਾ। ਉਹ ਫਿਰ ਜਿਹੜੀ ਨਸਲ ਆ, ਨਸਲ 'ਤੇ ਫਰਕ ਪੈ ਜਾਂਦਾ। ਜੀ ਜੀ ਕਿੱਦਾਂ? ਜਦੋਂ ਨਹੀਂ ਕਿਹਾ ਵੀ ਮੁਸਲਮਾਨ ਇੱਧਰ ਰਹਿਣ ਨਹੀਂ ਦੇਣਾ, ਉਹ ਬਜ਼ੁਰਗ ਸਾਡੇ ਕਹਿੰਦੇ ਵੀ ਸਾਨੂੰ ਜੰਮਿਆ ਕਿਹੜਾ ਉਂਗਲੀ ਲਾਉਣ ਵਾਲਾ। ਵਾਹ 18-19 ਬੰਦੇ ਮਿਲਟਰੀ ਦੇ, 5-6 ਗੱਡੀਆਂ। ਜੀ ਬੁੜਿਆਂ ਦੇ ਕੋਲ ਕੁਛ ਨਹੀਂ ਸੀਗਾ, ਐਡਾ ਕੁ ਡੰਡਾ ਜਿਹਾ ਚੱਕਾ, ਪੈ ਗਏ ਨੱਠ ਕੇ। ਆਹੀ ਨਾਲ ਹੀ ਇੱਥੇ ਹੀ ਅੱਜ ਉਹਦੇ ਕਾ ਕਰਿਆ ਆ ਨਾਲ ਹੀ ਪਰੇ ਆਪਣਾ ਆ। ਛੋਟਾ ਜਿਹਾ ਡੰਡਾ ਸੀ ਤੇ ਵੱਡੀ ਸਾਰੀ ਹਿੰਮਤ ਸੀ। ਹਿੰਮਤ ਤਾਂ ਇਦਾਂ ਦੀ ਸੀ ਵੀ ਬੰਦਾ ਅਜੇ ਵੀ ਤੇਰੀ ਦਇਆ ਨਾਲ ਕੋਈ ਡਿੱਕੇ ਆ ਜਾ ਨਾ, ਵਾਹ ਹੂਰੇ ਮਾਰ ਮਾਰ ਕੇ ਮਾਰ ਦਊਂ। ਵਾਹ ਜੀ ਵਾਹ। ਦੇਖੋ ਜੀ ਮੈਂ ਬਹੁਤ ਬਜ਼ੁਰਗਾਂ ਨੂੰ ਮਿਲਿਆ, ਪਰ ਤੁਸੀਂ ਬਹੁਤ ਚੜ੍ਹਦੀ ਕਲਾ 'ਚ ਆ। ਬੜੀ ਖੁਸ਼ੀ ਹੋਈ ਤੁਹਾਡੀ ਗੱਲਬਾਤ ਦੇਖੋ ਸੁਣ ਜੀ, ਕੇ। ਜਿੱਦਣ ਦੇ ਜੰਮੇ ਆ, ਇੱਕ ਨਹੀਂ ਕੀਤੀ ਚੋਰੀ, ਦੂਜੀ ਨਹੀਂ ਕਿਸੇ ਨਾਲ ਬੇਈਮਾਨੀ। ਵਾਹ ਜੀ ਵਾਹ। ਹੈਗਾ ਜੇਬ 'ਚ ਪੈਸਾ ਤਾਂ ਵੀ ਠੀਕ ਹੈ, ਨਹੀਂ ਹੈਗਾ ਤਾਂ ਵੀ ਠੀਕ ਹੈ। ਜਿੱਧਰ ਨੂੰ ਮਰਜ਼ੀ ਚੱਲ ਜਾਓ, 40-40 ਮੀਲ ਮੀਆਂ ਸਲਾਮ, ਉਹਨੂੰ ਕਰੋ ਜੀ ਰੱਬ ਨੂੰ। ਅਸੀਂ ਕੌਣ ਆ? ਇਹ ਕੁਛ ਵੀ ਨਹੀਂ ਹੈ। ਨਹੀਂ, ਤੁਹਾਡੀ ਇਮਾਨਦਾਰੀ ਬੋਲਦੀ ਆ, ਤੁਹਾਡਾ ਜਿਹੜਾ ਮਾਣ ਆ ਹਾਂਜੀ ਉਹ ਇਹ ਬੋਲਦਾ, ਪਤਾ ਲੱਗਦਾ। ਥੋੜਾ ਜਿਹਾ ਇਹ ਦੱਸੋ ਵੀ 47 ਤੋਂ ਪਹਿਲਾਂ ਵੰਡਾਲਾ ਪਿੰਡ ਸੀ ਜਿਹੜਾ, ਹਾਂਜੀ, ਇਹਦੇ ਵਿੱਚ ਕਿਹੜੇ ਕਿਹੜੇ ਮੁਸਲਮਾਨ ਵੱਸਦੇ ਸੀ, ਕਿਹੜੀਆਂ ਕਿਹੜੀਆਂ ਬਰਾਦਰੀਆਂ ਦੇ? ਇਹਦੇ ਵਿੱਚ ਮੁਸਲਮਾਨ ਵੀ ਸਾਰੀਆਂ ਬਰਾਦਰੀਆਂ ਦੇ ਸੀ। ਵਿੱਚ ਸੀਗੇ ਜਲਾਹੇ, ਮੁਸਲਮਾਨ ਜਲਾਹੇ ਜਿਹੜੇ ਉਹ ਕੱਪੜਾ ਬੁਣਦੇ ਹੁੰਦੇ ਆ, ਜੀ ਜੁੱਤੀਆਂ ਸੀਣ ਵਾਲੇ ਮੋਚੀ ਹੁੰਦੇ ਆ। ਅਸੀਂ 3 ਸਾਲ ਆ ਬਿਜਲੀ ਦਾ ਬਿੱਲ ਮਾਫ ਕਰਾਉਣ ਨੂੰ ਤੁਰੇ ਫਿਰਦੇ ਰਹੇ। ਮੈਨੂੰ ਇੱਕ ਕਹਿੰਦਾ ਆ ਧਰਮੀ, ਕਹਿੰਦਾ ਇਹ ਨਹੀਂ ਬਾਬਾ ਹੋਣਾ। ਮੈਂ ਕਿਹਾ ਇਹ ਨਹੀਂ ਹੋਣਾ? ਕਹਿੰਦਾ ਨਹੀਂ। ਮੈਂ ਕਿਹਾ ਜੇ ਨਾ ਹੋਇਆ ਤਾਂ ਮੇਰਾ ਨਾਂ ਸਰਵਣ ਖਾਂ ਆ, ਮੇਰੇ ਜੰਮਣ ਦੀ ਲੋੜ ਨਾ ਸੀ ਕੋਈ, ਕਰਵਾ ਕੇ ਛੱਡੂ। ਵਜ੍ਹਾ ਮੈਂ ਦੇਖੋ ਜੀ ਖੇਤੀ ਵੀ ਕਰਦਾ ਰਿਹਾ, ਕੱਪੜੇ ਰੰਗੇ, ਸੂਤ ਵੀ ਰੰਗਿਆ, ਪਸ਼ੂ ਦਾ ਵਪਾਰ ਕੀਤਾ, 10 ਨਹੁੰ ਦੀ ਕਿਰਤ ਕਰਕੇ ਖਾਧਾ। ਕਿਸੇ ਨੂੰ ਖਿਲਾਇਆ ਹੋਊਗਾ, ਖਾਧਾ ਨਹੀਂ ਕਿਸੇ ਦਾ। ਜੀ ਜੀ। ਅੱਛਾ ਇੱਕ ਗੱਲ ਦੱਸਿਓ ਕਿ ਇਹ ਜਿਹੜਾ ਤੁਹਾਡਾ ਪਿੰਡ ਆ ਵੰਡਾਲਾ, ਇਹਦੇ ਨਾਲ ਨਾਲ ਪਿੰਡ ਕਿਹੜੇ ਲੱਗਦੇ ਆ? ਇਹਦੇ ਨਾਲ ਨਾਲ ਪਿੰਡ ਦਾ ਦੇਖੋ ਜੀ, ਹੁਣ ਇੱਧਰ ਨੂੰ ਚੱਲ ਜਾਓ, ਪਡੋਰੀ ਆ, ਸਮਰਾਵਾਂ ਆ, ਜੀ ਦੂਸਰੀ ਸਾਈਡ ਨੂੰ ਇਹਨੂੰ ਹੋ ਜਾਓ, ਜੜਿਆਲਾ ਆ ਗਿਆ। ਫਿਰ ਨਾਲ ਹੀ ਪਰੇ ਜੜਿਆਲੇ ਦੇ ਨਾਲ ਹੀ ਆ ਜਾਂਦੀਆਂ ਭਾਰਦਵਾਜੀਆਂ ਆ ਗਈਆਂ ਆ, ਤਕੜਾ ਗਾਂ ਦੁੱਖ ਰਹਿ ਜਾਂਦੀਆਂ। ਇਹ ਆ ਗਿਆ ਆਦੇ ਕਾਲੀ, ਸੁੰਡੜਾ, ਹਾਂਜੀ। ਜੀ। ਫਿਰ ਮੁੜ ਕੇ ਬੜਾਲੇ ਆਪਾਂ ਇਹਦੇ ਨੂੰ ਆ ਜਾਈਦਾ। ਬਈ ਜਿਹੜੇ ਪਿੰਡ ਨਾਲ ਨਾਲ ਲੱਗਦੇ ਆ, ਹਾਂਜੀ ਇਹਨਾਂ ਪਿੰਡਾਂ, ਸਾਰਿਆਂ ਪਿੰਡਾਂ 'ਚ ਮੁਸਲਮਾਨ ਸੀਗੇ ਜਾਂ? ਦੇਖੋ ਜੀ, ਸਾਰਿਆਂ ਪਿੰਡਾਂ 'ਚ ਮੁਸਲਮਾਨ ਸੀਗੇ। ਇਹ ਸੀਗੇ ਕੰਮੀ। ਅਸੀਂ ਵੀ ਗਿਣੇ ਕੰਮੀਆਂ 'ਚ ਜਾਂਦੇ ਹਾਂ, ਜਿੱਥੋਂ ਜਾਤ ਬਰਾਦਰੀ ਦੇ ਤੌਰ ਹੁੰਦਾ, ਉੱਥੋਂ ਆ ਕੇ ਥੋੜ੍ਹਾ ਜਿਹਾ ਫਰਕ ਪੈ ਜਾਂਦਾ। ਜੀ ਕਿਉਂ? ਬਲਦੀ ਅੱਗ ਦੇ ਵਿੱਚ ਵੀ ਜਵਾਬ ਵਿੱਚ ਵੜ ਜਾਣਾ, ਕੁਛ ਨਹੀਂ ਹੁੰਦਾ ਹੈ। ਇਹ ਸੀ ਡਰੂ ਕੌਮ ਜਿੰਨੀ ਸੀ ਸਾਰੀ। ਅਸੀਂ ਡਰਦੇ ਡੁਰਦੇ ਨਹੀਂ ਸੀ। ਜਿੱਦਾਂ ਸਰਹਾਲੀ ਪਿੰਡ ਆ, ਉਹ ਮੇਰਾ ਖਿਆਲ ਅਰਾਈਆਂ ਦਾ ਸੀ। ਉਹਦੇ ਵਿੱਚ ਰਾਈ ਵੀ ਸੀਗੇ, ਬਾਕੀ ਮੁਸਲਮਾਨ ਹੋਰ ਵੀ ਕੌਮਾਂ ਦੇ ਸੀਗੇ, ਕਬੋ ਵੀ ਹੁੰਦੇ ਆ ਵਿੱਚ। ਤੇ ਮੁਸਲਮਾਨਾਂ ਦੇ ਤਗੜੇ ਪਿੰਡ ਕਿਹੜੇ ਸੀ ਇਸ ਇਲਾਕੇ ਦੇ ਵਿੱਚ? ਤਕੜੇ ਦਾ ਜਿੱਦਾਂ ਹੁਣ ਦੇਖੋ ਆਬਾਦੀ ਦੇ ਹਿਸਾਬ ਨਾਲ, ਹੁਣ ਬਡਾਲਾ ਆ ਬੜਾ ਪਿੰਡ ਨਗਰ, ਜੜਿਆਲਾ ਆ ਉਹਦੀ ਆਬਾਦੀ ਵੀ ਇੰਨੀ ਆ, ਰੁੜਕਾ ਆ ਕੋ ਥੋੜੀ ਘੱਟ ਹੋਊਗੀ, ਇਹ ਬੜਿਆਂ 'ਚ ਹੀ ਗਿਣਿਆ ਜਾਂਦਾ। ਉਹਦੇ ਬਾਅਦ ਦੇ ਵਿੱਚ ਕਾਨਾ ਢੇਸੀਆਂ ਆ ਗਈਆਂ, ਜੀ ਉਹ ਵੀ ਛੋਟੀਆਂ ਆ, ਆਬਾਦੀ ਉਹਦੇ ਵਿੱਚ ਵੀ ਬਹੁਤ ਸੀ। ਇਹ 47 ਤੋਂ ਪਹਿਲਾਂ ਮੇਰੇ ਖਿਆਲ ਇੱਕ ਤਾਂ ਦਾਦੂਵਾਲ ਤਗੜਾ ਪਿੰਡ ਸੀ ਰਾਜਪੂਤਾਂ ਦਾ, ਮੁਸਲਮਾਨਾਂ ਦਾ। ਇੱਕ ਤਲਵਣ ਸੀ, ਉਹਦੀ ਤੁਹਾਨੂੰ ਦੱਸ ਦਿੰਦੇ ਜੀ, ਤਲਵਣ ਦੀ ਵੀ ਦੱਸੋ ਉਹਦੇ ਬਾਰੇ ਵੀ। ਤਲਵਣ ਪਿੰਡ ਤਕੜਾ ਸੀਗਾ, ਉੱਥੇ ਮੁਸਲਮਾਨਾਂ ਦਾ ਗੜ੍ਹ ਸੀ। ਜੀ ਜੀ। 13 ਦਿਨ ਉੱਥੇ ਮੋਰਚਾ ਲੱਗਾ ਰਿਹਾ, ਜਦ ਹਿੰਦੂ ਮੁਸਲਮਾਨਾਂ ਦੀ ਲੜਾਈ ਹੁੰਦੀ ਸੀ। 13 ਦਿਨ ਜੀ। ਉਹ ਸੀਗਾ ਉੱਥੇ ਆਪਣੇ ਕਿਲੇ ਦੇ ਉੱਤੇ 7 ਬੰਦੇ ਸੀ ਸਾਰੇ। ਉਹਨਾਂ ਦੇ ਕੱਪੜੇ ਸੀ ਪਾਏ ਹੋਏ ਇੱਦਾਂ ਲੋਹੇ ਦੇ ਜਾਲੀ ਵਾਲੇ। ਜੇ ਉਹ ਗੋਲੀ ਵੀ ਮਾਰਦੇ ਸੀਗੇ ਤਾਂ ਉਹਨਾਂ ਦੇ ਲੱਗਦੀ ਨਹੀਂ ਸੀਗੀ, ਬੰਦਾ ਮਰਦਾ ਨਹੀਂ ਸੀ।
ਇੱਥੇ ਜਿਹੜੇ ਸਾਡੇ ਲੋਕ ਜਾਂਦੇ ਸੀ ਇੱਥੋਂ ਤੁਰ ਕੇ ਕਿੱਥੇ ਜੋ ਬੰਗੇ ਗੜ੍ਹ ਸ਼ੰਕਰ ਆ ਤਾਂ ਕਿੱਥੇ ਨਵਾਂ ਸ਼ਹਿਰ ਆ, ਉੱਥੇ ਤੱਕ ਏਦਾਂ ਤੁਰੇ ਆਉਣਾ ਜਿੱਦਾਂ ਕੋਈ ਮਕਾਣੇ ਗਏ ਹੁੰਦੇ ਆ, ਤਲਬਣ ਜਾਣਾ। ਅੱਛਾ ਗੋਲੀ ਇੱਕ ਦੇ ਮਾਰ ਨਹੀਂ ਲੱਗਣੀ, ਦੋ ਦੇ ਜਾਂ ਤਿੰਨਾਂ ਦੇ ਡੱਬਿਆ। ਅੱਛਾ, ਕਾਫੀ ਲੋਕ ਉੱਥੇ ਕਤਲ ਹੋਏ, ਮਾਰਨ ਗਏ 13 ਦਿਨ ਜਾਣੀ ਕਿ ਠਾ ਠਾ ਰਾਤ ਨੂੰ ਵੀ ਦਿਨ ਵੀ ਹੁੰਦੀ ਰਹੀ। ਇਹਦਾ ਮਤਲਬ ਤਲਵਣ ਫਿਰ ਬਹੁਤ ਤਕੜੇ ਬੰਦਿਆਂ ਦਾ ਪਿੰਡ ਸੀ। ਬੰਦਿਆਂ ਦਾ ਵੀ ਤਕੜਿਆਂ ਦਾ ਪਿੰਡ ਸੀਗਾ, ਕੁਛ ਉਹ ਅਕੜਾਂਦ ਸੀਗੀ ਜਿਹਦੇ ਵਿੱਚ ਕੋਈ ਕਣ ਹੋਊਗਾ ਉਹੀ ਲੜਾਈ ਕਰੂਗਾ। ਜਿਹਨੂੰ ਆਪਾਂ ਕਹਿੰਦੇ ਨਾ ਜੀ ਰੰਗੜਾਊ ਪੁਣਾ ਹਾਂ। ਰਾਜਪੂਤਾਂ ਵਾਲਾ, ਹਾਂਜੀ। ਉਹ ਸੀਗਾ ਉਹਨਾਂ 'ਚ। ਹਾਂਜੀ, ਤੇ ਆਜ ਮੇਰਾ ਖਿਆਲ ਆਹ ਪਿੰਡ ਜਿਹੜਾ ਦਾਦੂ ਵਾਲਾ, ਇਹ ਵੀ ਰਾਜਪੂਤਾਂ ਦਾ ਤਕੜਾ ਪਿੰਡ ਸੀ। ਉਹ ਦੇਖੋ ਜੀ ਪਿੰਡ ਸਾਰੇ ਠੀਕ ਹੈ, ਦਾਦੂਵਾਲ ਜਿਹੜਾ ਕੋਈ ਪਿੰਡਾਂ 'ਚੋਂ ਪਿੰਡ ਨਹੀਂ ਏਡਾ ਹੈ। ਅੱਛਾ, ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ, ਅੱਬਾ ਜੀ ਦਾ? ਰੂੜਾ ਖਾਂ ਜੀ। ਠੀਕ ਹੈ, ਉਹ ਕੀ ਕੰਮ ਕਰਦੇ ਸੀ? ਉਹ ਕੰਮ ਇਹ ਕਰਦੇ ਹੁੰਦੇ ਸੀਗੇ, ਕੱਪੜੇ ਰੰਗਣ ਦਾ ਵੀ ਕੰਮ ਕਰਦੇ ਸੀਗੇ, ਖੇਤੀ ਥੋੜੀ ਬਹੁਤੀ ਕਰਦੇ ਹੁੰਦੇ ਸੀ, ਜ਼ਮੀਨ ਕਰਦੀ ਨਹੀਂ ਸੀ ਜੀ। ਜਿਹੜੀ ਜ਼ਮੀਨ ਹੁੰਦੀ ਸੀ ਕਿਸੇ ਦੀ ਸੀ, ਜਿਹੜੀ ਚੀਜ਼ ਬੀਜਣੀ ਅੱਧੀ ਸਾਨੂੰ ਅਸੀਂ ਲੈ ਆਉਣੀ, ਅੱਧੀ ਅਗਲੇ ਦੇ ਘਰ ਸਿੱਟ ਆਉਣੀ ਆ। ਠੀਕ। ਕਈ ਸਾਲ ਹੀ ਬੈਠੇ ਰਹੇ ਆ। ਤੁਹਾਡੇ ਬਚਪਨ ਦਾ ਜਿਹੜਾ ਵੰਡਾਲਾ ਸੀ, ਉਹਨੂੰ ਯਾਦ ਕਰੋ ਵੀ ਕਿੱਦਾਂ ਦਾ ਪਿੰਡ ਸੀ? ਕੱਚੇ ਘਰ ਹੁੰਦੇ ਸੀ ਕਿ ਪੱਕੇ ਘਰ ਹੁੰਦੇ ਸੀ? ਮੇਲ ਜੋਲ ਕਿਸ ਤਰ੍ਹਾਂ ਦਾ ਸੀ? ਪਹਿਲਾਂ ਘਰ ਜ਼ਿਆਦਾ ਜੀ ਕੱਚੇ ਹੁੰਦੇ ਸੀਗੇ, ਕੋਈ ਪਾਣੀ ਨਹੀਂ ਸੀ ਹੈ, ਨਹਿਰਾਂ ਬਾਅਦ ਚ ਨਿਕਲੀਆਂ, ਲਾਈਟ ਜਿਹੜੀ ਆ ਹੈ ਨਹੀਂ ਸੀ, ਦੀਵੇ ਬੱਤੀਆਂ ਹੀ ਬਾਲਦੇ ਸੀ। ਉਹ ਵੇਲੇ ਜਿਹੜੇ ਆ, ਇੱਕ ਇਹ ਸੀ ਉਸ ਵੇਲੇ ਪਿਆਰ ਹੁੰਦਾ ਸੀ, ਜੋ ਪੁਰਾਣੇ ਬਜ਼ੁਰਗ ਸੀਗੇ, ਕੋਈ ਜਾਤ ਦਾ ਵੀ ਹੋਵੇ, ਹਾਂ, ਇੱਕ ਦੂਏ ਨੂੰ ਦੂਆ ਚਾਹੁੰਦਾ ਸੀ। ਕਿਹੜੇ ਬੰਦੇ ਸੀ ਜਿਹੜੇ ਜਿਹਨਾਂ ਨੂੰ ਚੌਧਰੀ ਮੰਨਿਆ ਜਾਂਦਾ ਸੀ ਇਸ ਪਿੰਡ ਦੇ? ਦੇਖੋ ਜੇ ਕਿਸੇ ਨਾਲ ਕੋਈ ਨੇਕੀ ਕਰੂਗਾ ਹਾਂ, ਤਦੇ ਹੀ ਆ। ਜੈਲਦਾਰਾਂ ਨੇ ਸਾਨੂੰ ਉਸ ਵੇਲੇ ਸਿਰ ਹੱਥ ਬਹੁਤ ਰੱਖਿਆ, ਜੈਲਦਾਰ ਸੀ ਸਾਡੇ ਪਿੰਡ ਦੇ। ਕੀ ਨਾਮ ਸੀ ਜੀ ਉਹਨਾਂ ਦਾ? ਸੁਖਦੇਵ ਸੋ ਸੀ, ਗੁਰਦੇਵ ਸੋ ਸੀਗਾ। ਅੱਛਾ, ਉਸ ਵੇਲੇ ਉਹ ਨਿਭੇ ਨਾਲ? ਉਹਨਾਂ ਨੇ ਨਾਲ ਇਦਾਂ ਨਿਭਾਇਆ, 2 ਟਾਈਮ ਗੇੜਾ ਲਾਉਣਾ ਆ ਕੇ ਇਦਾਂ ਪਿੰਡ ਦੇ ਵਿੱਚ ਦੀ। ਵਾਹ ਜੀ ਵਾਹ। ਕੱਲਿਆਂ ਨੂੰ ਪੁੱਛ ਕੇ ਜਾਣਾ। ਇੱਥੇ ਆਪਣੇ ਕੋਲ ਬੰਦੇ 5-10 ਬੈਠੇ ਰਹਿੰਦੇ ਹੁੰਦੇ ਸੀ ਹਰ ਵੇਲੇ। ਕਿਉਂ ਬਈ ਤੁਸੀਂ ਬਜ਼ੁਰਗੋ ਠੀਕ ਆ? ਕਹਿਣਾ ਹਾਂ ਠੀਕ ਆ ਜੀ, ਕੋਈ ਐਸੀ ਗੱਲ ਨਹੀਂ। ਸਾਡੇ ਤੋਂ ਪਹਿਲਾਂ ਤੋਂ ਬਾਪ ਵੀ, ਅਸੀਂ ਵੀ, ਗਾਹ ਸਾਡੀ ਔਲਾਦ ਜਿਹੜੀ ਆ ਉਹ ਨਹੀਂ ਸਾਡੇ ਤੇ ਗਈ। ਕਿਉਂ? ਉਹ ਲਾਈਨ 'ਚ ਹੀ ਨਹੀਂ ਪਏ। ਕੋਈ ਹੂਰਾ ਮੁੱਕੀ ਆ, ਕੋਈ ਘੋਲਣ ਦਾ ਕੰਮ ਗਏ ਹੀ ਨਹੀਂ। ਠੀਕ। ਅੱਛਾ, ਇੱਕ ਤਾਂ ਜੈਲਦਾਰ ਜਿਹੜੇ ਸੀਗੇ ਸੁਖਦੇਵ ਹੁਣੀ, ਉਹਨਾਂ ਨੇ ਤੁਹਾਡੀ ਮਦਦ ਕੀਤੀ, ਹੋਰ ਕਿਹਨਾਂ ਨੇ ਮਦਦ ਕੀਤੀ ਜੀ? ਉਹਨਾਂ ਨੇ ਮਦਦ ਸਾਰੇ ਪਿੰਡ 'ਚ ਹੀ ਕਰਨੀ। ਉਹ ਨਹੀਂ ਕਹਿਣਾ ਵੀ ਦੇਖੋ ਦੁਖੀ ਹੋ ਕੇ ਨਾ ਜਾਇਓ, ਆਪਣੀ ਮਰਜ਼ੀ ਨਾਲ ਜਾਣਾ ਦਾ ਬੇਸ਼ੱਕ ਜਾਇਓ। ਵਾਹ ਜੀ ਵਾਹ। ਇਧਰੋਂ ਪਰੇ ਮਦਦ ਦੇਖੋ ਜੀ ਹੋਰ ਕਿਹੜੀ ਹੋ ਸਕਦੀ। ਬਿਲਕੁਲ ਬਿਲਕੁਲ। ਹਾਂਜੀ, ਸਾਡੇ ਤਾਂ ਜਿਹੜੇ ਬੰਦੇ ਸੀਗੇ ਇਹ ਪਹਿਲਾਂ ਤੋਂ ਬਜ਼ੁਰਗ ਵੀ ਜੱਟਾਂ ਦੇ ਨਾਲ ਰਹੇ ਆ, ਜੱਟਾਂ ਦੇ ਨਾਲ ਹੀ ਕੰਮ ਕਰਨਾ, ਮਈਆਂ ਲਿਆਉਣੀਆਂ ਵੇਚ ਦੇਣੀਆਂ, ਬੋਲਦ ਲਿਆਉਣਾ ਵੇਚ ਦੇਣਾ, ਆਪਣਾ ਖੇਤੀਬਾੜੀ ਦਾ ਕੰਮ ਕਰੀ ਜਾਣਾ। ਉਹ ਵੀ ਤੁਹਾਡੀ ਉਮਰ ਕਿੰਨੀ ਸੀ 47 ਵੇਲੇ? ਮੈਂ ਉਸ ਵੇਲੇ ਜਾਂ 47 ਦੇ ਪਏ ਆ ਨਾ, ਹੱਲੇ ਗੱਲੇ ਜਾਏ, ਕੋਈ 18-19 ਸਾਲ ਦਾ ਸੀ। ਟੇਵਾ ਬਣਿਆ ਮੇਰਾ ਜਨਮ ਪੱਤਰ। ਅੱਛਾ, ਵੈਸੇ ਮੁਸਲਮਾਨ ਟੇਵਾ ਬਣਵਾਉਂਦੇ ਆ? ਪਹਿਲੀ ਵਾਰੀ ਪਤਾ ਲੱਗਿਆ। ਸਾਡਾ ਦੇਖੋ ਜੀ, ਮੇਰੇ ਬਾਪ ਨੇ ਮੇਰਾ ਬਣਾਇਆ ਸੀਗਾ। ਅੱਛਾ ਜੀ। ਮੇਰੇ ਗਾਹਾਂ 2 ਬੱਚੇ ਆ, ਉਹਨਾਂ ਦਾ ਬਣਵਾਇਆ। ਗਾਂ ਮੇਰੇ ਪੋਤੇ 3 ਸੀਗੇ, ਉਹਨਾਂ ਦਾ ਬਣਵਾਇਆ। ਤੁਹਾਡਾ ਟੇਵਾ ਕਿਹਨੇ ਬਣਾਇਆ ਸੀਗਾ? ਕਿਹੜਾ ਪੰਡਤ ਸੀ ਉਹ? ਉਹ ਜੀ ਪੰਡਤ ਸੀਗਾ ਰਾਮ ਰਤਨ, ਇਸੇ ਪਿੰਡ ਦੇ ਸੀ? ਐਸੇ ਪਿੰਡ ਦੇ ਅੱਛਾ ਅੱਛਾ। ਰਾਮ ਰਤਨ ਸੀ। ਉਹਦੇ ਬਾਪ ਨਾਮ ਮੁਨਸ਼ੀ ਰਾਮ ਸੀਗਾ। ਜੀ। ਅੱਛਾ, ਤੁਸੀਂ ਸਕੂਲ ਗਏ ਸੀ? ਪੇਜੀ ਸਕੂਲ ਦੀ ਸੁਣ ਲਓ। ਉਦੋਂ ਸਾਨੂੰ ਭੁੰਨੇ ਬਿਠਾ ਦਿੰਦੇ, ਕੱਚੀ ਥਾਂ ਹੁੰਦੀ ਸੀ ਸਾਰਿਆਂ ਬੱਚਿਆਂ ਨੂੰ? ਸਾਰੇ। ਤੇ ਸਾਨੂੰ ਮਹਾਰਾਜ ਜੀ ਇਲਤ ਤਾਂ ਨਾ ਸੀ ਕਰਨੀ, ਘਰਦਿਆਂ ਦਾ ਵੀ ਡਰ ਲੱਗਦਾ ਸੀਗਾ ਜੀ। ਵੀ ਕੁੱਟ ਪੈਣੀ ਹੈ ਬਈ। ਉਹ ਮਾਸਟਰ ਜਿਹੜਾ ਸੀਗਾ ਇੱਥੇ ਹੁੰਦਾ ਆਪਣੇ ਇਸੇ ਪਿੰਡ ਦੇ ਸੀ? ਇਸੇ ਪਿੰਡ ਦੇ। ਉਹ ਮਹਾਰਾਜ ਜੀ ਇੱਕ ਬੰਦੇ ਨੇ ਸ਼ਰਾਰਤ ਕੀਤੀ ਹੈ, ਮੇਰੇ ਤੇ ਮੋਹਰੇ ਕੀਤੀ ਜਾਂ ਪਿੱਛੇ ਕੀਤੀ ਹੈ, ਵਿੱਚੇ ਸਾਨੂੰ ਲਾ ਦੇਣਾ।
ਆਟੇ ਨਾਲ ਪਲੇਥਣ ਜਿਹਨੂੰ ਕਹਿੰਦੇ ਆ, ਘੋੜੇ ਆਟੇ ਨਾਲ ਘੋਣਾ। ਘੋੜੇ ਇਦਾਂ ਬਣਾ ਕੇ ਨਾ ਸਿਰ ਥੱਲੇ ਲਾ ਲੈਣਾ, 4-4 ਬੰਦਿਆਂ ਦੀ ਘੋੜੀ ਬਣਾ ਲੈਣੀ, ਪਿੱਛੇ ਮਹਾਰਾਜ ਜੀ ਇਦਾਂ ਉਹਨੇ ਚਿੱਤੜਾਂ ਦੇ ਉੱਤੇ ਮਾਰਨਾ, ਠੁੱਡ ਮਾਰਨਾ। ਅੱਛਾ ਅੱਛਾ, ਤੁਸੀਂ ਫਿਰ ਮੁੜ ਕੇ ਸਕੂਲ ਨਹੀਂ ਗਏ ਹੁਣੇ? ਮੁੜ ਕੇ ਕੀ ਜਾਣਾ ਸੀਗਾ, ਬੁੜਿਆਂ ਨੂੰ ਕਿਹਾ ਵੀ ਚਾਹੇ ਮਾਰ ਦਿਓ ਚਾਹੇ ਰੱਖ ਲਓ। ਉਹਨੇ ਫਿਰ ਸਾਨੂੰ ਖੇਤੀ ਕਰ ਦਿੰਦੇ, ਖੇਤੀ ਦੇ ਫਾਹੇ 'ਚ ਪਾ ਦਿੱਤਾ। ਅੱਛਾ ਅੱਛਾ ਬਾਬਾ ਜੀ, ਤੁਹਾਡੇ ਪਿੰਡ ਦੇ ਇੱਕ ਬੜੇ ਮਸ਼ਹੂਰ ਬੰਦੇ ਹੋਏ ਆ ਹਰਕਿਸ਼ਨ ਸਿੰਘ ਸਰਜੀਤ, ਹਾਂਜੀ, ਉਹ ਤੁਹਾਡੇ ਹਾਣ ਦੇ ਸੀ ਕਿ ਵੱਡੇ ਸੀ ਤੁਹਾਡੇ ਤੋਂ? ਸੁਣ ਲਓ ਮਹਾਰਾਜ ਜੀ, ਸੁਣ ਲਓ ਹਰਕਿਸ਼ਨ ਸਿੰਘ ਸਰਜੀਤ ਦੀ ਕਹਾਣੀ। ਚੰਗਾ ਹੋਇਆ ਤੁਸੀਂ ਪੁੱਛ ਲਿਆ, ਤੁਹਾਨੂੰ ਦੱਸ ਦਿੰਦੀ ਹਾਂ। ਜੀ। ਇਸ ਵੇਲੇ ਤਾਂ ਮਹਾਰਾਜ ਉਹ ਜਾਣੀ ਲੱਖਪਤੀ ਆ। ਬਿਲਕੁਲ ਬਿਲਕੁਲ। ਜਿੱਦਣ 3 ਮਹੀਨੇ ਦੀ ਗੋਲੀ ਦੀ ਛੂਟ ਸੀ, ਉਦਣ ਇਹ ਸਰਵਣ ਖਾਂ ਨਾਲ ਹੁੰਦਾ ਸੀ, ਇਦਾਂ ਮੋਢੇ ਤੇ ਉਹਦੇ ਬਾਂਹ ਰੱਖਣੀ। ਇੱਕ ਕਰਮ ਸਿੰਘ ਸੀ ਸਾਡੇ ਪਾਸੇ ਦੇ ਬੰਦਾ ਜੱਟਾਂ ਦਾ, ਅੱਛਾ ਉੱਤੇ ਦੇਣਾ ਦੋਹਰਾ ਖੇਸ, ਤੀਵੀਂ ਬਣਾ ਕੇ ਲਿਜਾਣਾ ਹਰਕਿਸ਼ਨ ਸਿੰਘ ਸਰਜੀਤ ਨੂੰ। 3 ਮਹੀਨੇ ਕੋਈ ਇੱਕ ਦਿਨ ਨਹੀਂ ਕਿਸੇ ਦਾ ਲੰਘਾਉਂਦਾ, ਇੱਕ ਦਿਨ ਵੀ। ਜਦ ਲੰਘ ਗਿਆ ਬਣ ਗਿਆ, ਤੂੰ ਕੌਣ ਤਾਂ ਮੈਂ ਕੌਣ। ਅੱਜ ਦੁਨੀਆ ਵੀਰ ਜੀ ਮਤਲਬ ਦੀ ਆ ਰਹਿ ਗਈ, ਮੰਨੋ ਜਾਂ ਨਾ ਮੰਨੋ, ਕੋਈ ਆਪਣਾ ਨਹੀਂ ਹੈ। ਤੁਹਾਡੀ ਮਦਦ ਕਿਹਨਾਂ ਕਿਹਨਾਂ ਨੇ ਕੀਤੀ, ਉਹਨਾਂ ਦੇ ਨਾਂ ਦੱਸ ਦਿਓ। ਯਾਰ ਮਦਦ ਸਾਡੀ ਇਹਨਾਂ ਨੇ ਕੀਤੀ, 14 ਹੋਣਾ ਨਹੀਂ। ਇਹਨਾਂ ਦੇ ਬਾਬਾ ਜੀ ਨੇ? ਹਾਂਜੀ, ਨੱਜ ਸਿੰਘ ਹੁਣੀ। ਨਾਜਰ ਸਿੰਘ ਹੋਰ? ਜਾਗਰ ਸਿੰਘ, ਨਾਜਰ ਸਿੰਘ, ਦੋਏ ਭਾਈ ਸੀ। ਅੱਛਾ ਸਾਡਾ ਇਹਨਾਂ ਦਾ ਇੱਕੋ ਹੀ ਗੱਲ ਸੀ। ਅੱਛਾ ਅੱਛਾ, ਇਹਨਾਂ ਨੇ ਉਸ ਵੇਲੇ ਤੁਹਾਨੂੰ? ਇਹਨਾਂ ਨੇ ਕਿਹਾ ਜੀ ਵੀ ਜਿੱਥੇ ਮਰਜੀ ਮੌਜਾਂ ਲਓ, ਬੁੱਲੇ ਬੁੱਢੋ, ਕੋਈ ਤੁਹਾਡੀ ਹਵਾ ਵਾਲਾ ਨਹੀਂ ਦੇਖ ਸਕਦਾ। ਦੇਖਿਆ ਵੀ ਨਹੀਂ ਕਿਸੇ। ਵਾਹ। ਹੋਰ ਗੱਲਾਂ ਤਾਂ ਬਹੁਤ ਦੁਨੀਆ ਕਰਦੀ ਆ ਜੀ। ਅੱਛਾ, ਉਹਦਾ ਵੈਸੇ ਤਾਂ 47 ਦੇ ਵਿੱਚ ਕੁਝ ਬੰਦੇ ਚੱਲ ਵੀ ਗਏ। ਗਏ ਸੀ, ਕੌਣ ਗਿਆ? ਉਹ ਲੈਲਪੁਰ ਜੜਾਂ ਵਾਲੀ ਦੇ ਵਿੱਚ ਆ, ਸਾਡੇ ਤਾਏ ਦੇ ਪੁੱਤ ਭਰਾ। ਕਿਹੜਾ ਚੱਕਿਆ? ਜ਼ਿਲ੍ਹਾ ਲੈਲਪੁਰ ਦੇ ਵਿੱਚ ਜੜਾਂ ਵਾਲੀ ਕੋਈ ਸ਼ਹਿਰ ਹੋਊ ਉੱਧਰ, ਹੈਗਾ। ਉਹਦੇ ਵਿੱਚ। ਅੱਛਾ, ਉਹ ਗਏ ਸੀ, ਹਾਂਜੀ, ਉੱਥੇ ਰਹੇ ਫਿਰ? ਉਹ ਉੱਥੇ ਹੀ ਰਹੇ ਆ। ਉਹਨਾਂ ਦਾ ਕਾਰੋਬਾਰ ਵੱਧ ਗਿਆ, ਉਹਨੇ ਬਥੇਰੀਆਂ ਚਿੱਠੀਆਂ ਚੁੱਠੀਆਂ ਪਾਈਆਂ ਵੀ ਤੁਸੀਂ ਆ ਜਾਓ, ਸਾਨੂੰ ਮਿਲ ਕੇ ਚਲ ਜਾਓ। ਅਸੀਂ ਕਿਹਾ ਵੀ ਤੁਹਾਨੂੰ ਲੋੜ ਆ ਤਾਂ ਆ ਜਾਓ, ਨਹੀਂ ਲੋੜ ਤਾਂ ਨਾ ਸੀ। ਨਹੀਂ, ਜਦੋਂ ਉਹ ਤੁਰੇ ਇੱਥੋਂ, ਤੁਹਾਡੇ ਅੱਬਾ ਜੀ ਨੇ ਰੋਕਿਆ ਸੀ ਉਹਨਾਂ ਨੂੰ ਨਾ ਜਾਓ? ਉਹਨਾਂ ਨੂੰ ਇਹ ਮੂੰਹ ਨਾਲ ਕਹਿ ਦਿੱਤਾ ਸੀ ਵੀ ਤੁਸੀਂ ਨਾ ਜਾਓ ਤਾਂ ਚੰਗਾ ਆ, ਜੇ ਤੁਸੀਂ ਨਹੀਂ ਹਟਣਾ ਤਾਂ ਤੁਹਾਡੀ ਮਰਜ਼ੀ ਹੈ, ਜ਼ਿਆਦਾ ਨਾ ਅਸੀਂ ਕਰਨੇ ਹੁੰਦੇ। ਹਾਂਜੀ ਬਾਬਾ ਜੀ, ਇੱਕ ਨਾ ਉਧਰੋਂ ਲਹਿੰਦੇ ਪੰਜਾਬ ਤੋਂ ਇੰਟਰਵਿਊ ਆਈ ਆ। ਹਾਂਜੀ, ਉਹ ਬੰਦਾ ਕਹਿੰਦਾ ਵੀ ਅਸੀਂ ਰਾਜਪੂਤ ਸੀ ਜੰਜੂਆ। ਇੱਥੇ ਜੰਜੂਆ ਰਾਜਪੂਤ ਵੀ ਸੀਗੇ ਜ਼ਮੀਨ ਵਾਲੇ? ਸੀਗੇ। ਨਹੀਂ, ਜਦੋਂ 47 ਚ ਸਾਰੇ ਗਏ ਹਾਂਜੀ, ਤੇ ਉਦੋਂ ਤੁਸੀਂ ਪਿੰਡ 'ਚ ਹੀ ਸੀਗੇ? ਅਸੀਂ ਪਿੰਡ 'ਚ ਰਹੇ ਆ, ਉਹੋ ਹੀ ਘਰ ਆ, ਉਹੋ ਹੀ ਸਾਡੀ ਦੁਕਾਨ ਸੀ ਇੱਥੇ ਥੋੜ੍ਹੀ ਜਿਹੀ, 4 ਕਮਰੇ, 2 ਕਮਰੇ, 3। ਅੱਛਾ, ਉਹ ਤੁਹਾਡੇ ਕੋਲੋਂ ਤੁਰ ਗਏ? ਉਹ ਤੁਰ ਗਏ, ਚਲੇ ਗਏ, ਸਾਡਾ ਉਹਨਾਂ ਨੂੰ ਕੋਈ ਸਰਬੰਧ ਹੀ ਨਹੀਂ। ਨਹੀਂ, ਇਹ ਮਿਲਿਆ ਤਾਂ ਜਾ ਸਕਦਾ ਸੀ, ਕਿਹੜੀ ਗੱਲ ਸੀ? ਕਿਉਂ ਮਿਲਣ ਜਾਣਾ ਸਾਹਿਬ ਜੀ? ਇੱਕ ਮਿੰਟ ਦੀ ਗੱਲ ਸੁਣੋ, ਤੁਸੀਂ ਸਮਝਦਾਰ। ਜੇ ਉਹ ਪਾਗਲ ਨਾ ਹੁੰਦੇ ਤਾਂ ਜਾਂਦੇ ਕਿਉਂ? ਇੱਥੇ ਰੋਟੀ ਨਹੀਂ ਸੀ ਮਿਲਦੀ, ਕਿਹੜਾ ਕੰਮ ਨਹੀਂ ਸੀ ਕਰਦੇ, ਸਾਰੀ ਦੁਨੀਆ ਜਾਣਦੀ ਸੀ। ਉੱਥੇ ਕਿਨ ਸਾਂਭੇ ਆ, ਕਿਸੇ ਨੂੰ ਘਰ ਨਹੀਂ ਮਿਲਿਆ। ਇੱਥੇ ਲਾਗੇ ਹੀ ਆਪਣੇ ਆ ਹੈਗਾ ਛੇੜੂ ਮੇੜੂ, ਹਾਂਜੀ। ਇਹਦੇ ਪੁਲ ਦੇ ਥੱਲੇ ਇਹ ਆਹ ਜੀ ਬਣ ਗਿਆ, ਕੈਂਪ ਬਣ ਗਿਆ ਜੀ। ਹਾਂ ਬਿਲਕੁਲ। ਮੁਸਲਮਾਨਾਂ ਦਾ ਕੈਂਪ ਬਣ ਗਿਆ, ਉੱਥੇ ਕੈਂਪ 'ਚ ਇਕੱਠੇ ਹੋ ਗਏ। ਬਾਦਸ਼ਾਹ ਲੋਕਾਂ ਨੇ ਚੰਮ ਦੀਆਂ ਚਲਾਈਆਂ, ਇੰਨੇ ਛੋਲੇ, ਇੱਕ ਮੁੱਠ 50-50 ਰੁਪਈਆਂ ਦੇ, 20 ਰੁਪਈਆਂ ਦੇ ਦੇਣੇ, ਭੁੰਨੇ ਛੋਲੇ ਨੇੜਲੇ ਪਿੰਡਾਂ ਵਾਲਿਆਂ ਨੇ? ਹਾਂ, ਹਾਂ ਬਿਲਕੁਲ। ਖਾ ਲੈਣੇ, ਪਾਣੀ ਪੀ ਲੈਣਾ। 5-10 ਦਿਨ ਹੋਏ, ਕਿਤੇ ਪਹਾੜਾਂ 'ਚ ਮੀਂਹ ਪੈ ਗਿਆ। ਬਸ। ਪਹਾੜਾਂ 'ਚ ਮੀਂਹ ਪੈ ਗਿਆ, ਰਾਤ ਨੂੰ ਸੁੱਤੇ ਪਏ, ਹੜ ਗਏ। ਬਹੁਤ ਹੜੇ ਇੱਥੇ, ਠੀਕ ਹੈ। ਹੜ ਗਏ। ਅਸੀਂ 15 ਦਿਨਾਂ ਬਾਅਦ ਵੀ ਦੇਖਿਆ ਜਾ ਕੇ, ਕੋਈ ਦਰਖਤ ਤੇ ਲਾਸ਼ ਫਸੀ ਆ, ਕੋਈ ਮੰਜਾ ਫਸਿਆ ਆ, ਕਿਤੇ ਸਣੇ ਬੋਲਦ ਜੋੜੇ ਹੋਏ ਗੱਡਾ ਹੀ ਫਸਿਆ ਹੈ। ਅੱਛਾ, ਤੁਹਾਡੇ ਤਾਏ ਜਿਹੜੇ ਸੀਗੇ
ਹਾਂਜੀ ਉਹ ਵੀ ਝੇੜੂ ਵਾਲੇ ਹੀ ਕੈਂਪ 'ਚ ਗਏ ਸੀ? ਨਾ ਉਹ ਕਿੱਥੇ ਗਏ ਉਹ ਸੀ? ਸਿੱਧੇ ਚਲੇ ਗਿਆ ਸੀਗਾ। ਹਾਂ ਨਾਂ ਕੀ ਸੀ ਤੁਹਾਡੇ ਤਾਇਆ ਜੀ ਦਾ? ਬਾਬੂ ਖਾਂ। ਅੱਛਾ, ਬਾਬੂ ਖਾਂ ਚਲ ਗਏ ਉੱਧਰ। ਹਾਂਜੀ ਹੋਰ ਕੌਣ ਉਹਦੇ ਗਿਆ? ਗਾਂ 6 ਮੁੰਡੇ ਸੀ, ਕੀ ਨਾਂ ਸੀ 2 ਉਹਨਾਂ ਦੇ? ਕੁੜੀਆਂ ਸੀਗੀਆਂ। ਉਹਨਾਂ ਦੇ ਵੀ ਨਾਂ ਦੱਸ ਦਿਓ। ਉਹਨਾਂ ਦਾ ਨਾਂ ਸੀਗਾ ਜੀ, ਇੱਕ ਦਾ ਨਾਂ ਸੀਗਾ ਸਰਾਜ ਖਾਨ, ਜੀਜ ਖਾਨ, ਹਾਂਜੀ, ਮਹਿੰਗਾ ਖਾਨ, ਸੋਹਣ ਖਾਨ, ਸਾਡੇ ਖਾਨ ਸੀ। ਅੱਛਾ ਹਾਂਜੀ ਬਾਬਾ ਜੀ, ਇਸ ਪਿੰਡ 'ਚ ਮੀਰ ਆਲਮ ਵੀ ਸੀਗੇ ਜਿਹੜੇ ਨਕਲਾਂ ਕਰਦੇ ਜਾਂ ਹੋਰ? ਮੀਰ ਆਲਮਰਾ ਦਾ ਮਾਰੇ 250 ਘਰ ਸੀ ਇੱਥੇ। ਬੱਲੇ ਬੱਲੇ, 250 ਘਰ। ਵਾਹ ਜੀ ਵਾਹ। ਇਹ ਪਤਾ ਕੀ ਕਰਨਾ, ਜਦ ਨਿਆਣਾ ਕਿਤੇ ਜੰਮ ਪਿਆ ਘਰ ਪੈਣ ਤੋਂ, ਰੋਟੀ ਨਾ ਪਾਣੀ ਹੋਣਾ ਨਾ, ਕੋਠੇ ਤੇ ਚੜ ਕੇ ਰੌਲੀ ਪਾਉਣੀ, ਰੱਬਾ ਮੈਂ ਤਾਂ ਮੰਗਦਾ ਦਾਣੇ ਤਾਂ ਤੂੰ ਮੈਨੂੰ ਦਿਨਾ ਨਿਆਣੇ, ਫਿਰ ਰੱਬ ਨੂੰ ਝੂਠਾ ਕਰ। ਇਹ ਮੀਰ ਖਾਨ ਦਾ ਕੰਮ। ਕੋਈ ਨਾਂ ਦੱਸੋ ਤਾਂ ਜਿਹੜੇ ਬਹੁਤ ਮਸ਼ਹੂਰ ਸੀ, ਖਾਸ ਖਾਸ। ਕਾਹਦੇ ਯਾਰ ਨਾ, ਨਹੀਂ ਕਿਉਂ, ਇਹ ਤਾਂ ਬੰਦੇ ਕਲਾਕਾਰ ਸੀਗੇ। ਇਹ ਵੀ ਰਹੇ ਇੱਥੇ ਕਿ ਨਹੀਂ? ਇਹ ਵੀ ਚਲ ਗਏ ਸਾਰੇ? ਸਭ ਉੱਜੜ ਗਏ ਸੀ ਉਦੋਂ। ਕੁੰਡੇ ਲੱਗੇ ਹੋਏ ਸੀ, ਕੋਈ ਦਰਵਾਜ਼ਾ ਖੁੱਲ੍ਹਾ ਸੀ, ਸਭ ਉੱਜੜ ਗਏ ਸੀ। ਥੋੜੇ ਘਰ ਹੀ ਰਹੇ ਸੀ, ਬਿਲਡੇ ਬਿਲਡੇ। ਇਹ ਮੁਸਲਮਾਨਾਂ ਦੇ ਕਿੰਨੇ ਘਰ ਰਹਿ ਗਏ ਸੀ ਇੱਥੇ? ਇੱਥੇ ਮੁਸਲਮਾਨਾਂ ਦੇ ਘਰ 20-25 ਕੀ ਰਹੇ ਸੀ, ਬਾਕੀ ਤਾਂ ਸਾਰੇ ਉੱਜੜ ਜੜੀ ਗਏ ਸੀ। ਪਿੰਡ ਦੇ ਵਿੱਚ ਤਾਂ ਆਬਾਦੀ ਸੀ ਬਹੁਤ ਜ਼ਿਆਦਾ। ਜੀ। ਇਹਨਾਂ ਨੂੰ ਪਾਗਲਪਨ, ਇਹਨਾਂ ਦੇ ਭੂਤ ਸਵਾਰ ਹੋ ਗਿਆ। ਖਰਿਆ ਸਾਨੂੰ ਕੀ ਮਿਲ ਜਾਣਾ ਉੱਧਰ ਜਾ ਕੇ? ਮਿਲਣਾ ਕੀ ਹੈ? ਜਾਂ ਮੇਰੇ ਕੋਲ ਇੱਥੇ ਕੁਝ ਨਹੀਂ ਤਾਂ ਉੱਥੇ ਮੈਨੂੰ ਕੀ ਮਿਲਣਾ? ਨਹੀਂ ਡਰ ਤਾਂ ਸੀਗਾ, ਤੁਸੀਂ ਵੀ ਤਾਂ ਡਰੇ ਹੋਵੋਗੇ ਕੁਝ ਦਿਨ। ਨਹੀਂ ਜੀ, ਅਸੀਂ ਨਹੀਂ ਡਰਨ ਵਾਲੇ ਦਿਨ ਜੰਮੇ ਨਹੀਂ ਨਾ। ਅਸੀਂ ਡਰਨ ਵਾਲੇ ਦਿਨ ਜੰਮਦੇ ਤੇ ਇੱਥੇ ਤੱਕ ਨਾ ਆਉਂਦੇ। ਸਾਡੇ ਤੇ ਔੜੀਆਂ ਕਈ ਆਈਆਂ, ਪਰ ਨਹੀਂ, ਬਲਦੀ ਅੱਗ ਚੋਂ ਵੀ ਨਿਕਲ ਗਏ 2-3 ਵਾਰੀ ਦੀ। ਵੱਡ ਵਡਾਂਗਾ ਹੁੰਦਾ ਸੀ। ਆ ਕੀ ਲਾਗੇ ਕਬੂਆਂ ਰਾਜਕੁਮਾਰ ਜਿਹਨੂੰ ਕਹਿੰਦੇ ਆ, ਹਾਂਜੀ। ਇੱਥੇ ਵੀ ਹੁੰਦਾ ਸੀ। ਕਾਨਾ ਟੇਸੀਆਂ ਵੀ ਹੋਇਆ। ਤੇ ਅਸੀਂ ਇਹਨਾਂ ਦੇ ਬਾਬਾ ਜੀ ਦੇ ਨਾਲ ਅਸੀਂ ਪਸ਼ੂ ਚਾਰਦੇ ਰਹੇ ਹਾਂ ਵਿੱਚ ਹੀ। ਕੋਈ ਲੜਾਈ ਝਗੜਾ ਨਹੀਂ ਸਾਡਾ। ਕਾਨਾ ਢੇਸੀਆਂ ਕਾਫੀ ਗੁੱਜਰ ਸੀ, ਕਿਹਨੇ ਮਾਰ ਦਿੱਤੇ ਉੱਥੇ? ਜੇ ਦੇਖੋ ਜੀ, ਕੋਈ ਵੀ ਸੀਗਾ, ਰਾਈ ਸੀਗੇ ਜ਼ਿਆਦਾ, ਗੁੱਜਰ ਵੀ ਸੀਗੇ, ਰਾਈ ਜ਼ਿਆਦਾ ਸੀ। ਤੇ ਅੱਗ ਲਾ ਦੇਣੀ ਬਾਹਰ ਭੈਣ ਚੋਂ ਨਾਲੀ ਪਰਾਲੀ ਨੂੰ ਜਾਂ ਕੁੱਪਾਂ ਨੂੰ, ਲੋਕਾਂ ਦਾ ਵੱਡ ਵਡਾਂਗਾ ਕਰੀ ਜਾਣਾ, ਵਿੱਚੋਂ ਲੁੱਟਣਾ ਖੋਹਣਾ ਸ਼ੁਰੂ ਕਰ ਲੈਣਾ। ਬਾਬਾ ਜੀ, ਉਸ ਦੌਰ ਦੇ ਵਿੱਚ ਇਹ ਤਾਂ ਨਹੀਂ ਹੋ ਸਕਦਾ ਵੀ ਬੰਡਾਲੇ ਦੇ ਬੰਦੇ ਲੁੱਟਣ ਨਾ ਗਏ ਹੋਣ? ਦੇਖੋ ਜੀ, ਇੱਕ ਗੱਲ ਆ, ਮੈਂ ਕਿਸੇ ਦੇ ਥਾਂ ਸੌ ਨਹੀਂ ਖਾਂਦਾ, ਮੈਂ ਨਾ ਕਿਸੇ ਦੇ ਥਾਂ ਕੋਈ ਮਰਨਾ। ਮੇਰੀ ਲੋ ਸਾਰੀ ਦੁਨੀਆ ਹੀ ਸਾਧ ਹੋਵੇ, ਸਾਰੀ ਦੁਨੀਆ ਚੋਰ ਹੋਵੇ। ਮੈਂ ਤਾਂ ਆਪਣੀ ਗੱਲ ਕਰੂੰਗਾ। ਸਾਡਾ ਆਂਢ ਗੁਆਂਢ, ਸਾਡੇ ਬੈਠਣ ਉੱਠਣ ਵਾਲੇ ਸਾਧ ਸੀ, ਅਸੀਂ ਆਪ ਸਾਧ ਸੀ। ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਤੇ ਬਾਬਾ ਜੀ, ਉਸ ਦੌਰ ਦੇ ਵਿੱਚ ਕੁਝ ਔਰਤਾਂ ਜਾਂ ਕੁੜੀਆਂ ਵੀ ਚੁੱਕ ਲਈਆਂ ਗਈਆਂ? ਉਹ ਭਾਈ, ਕਈ ਬੰਦੇ ਸਿਰਫ ਇਹਨਾਂ ਹੀ ਕੰਮਾਂ ਨੂੰ ਜਾਂਦੇ ਸੀਗੇ ਵੀ ਔਰਤਾਂ ਹੀ ਲੈ ਕੇ ਗਈਆਂ। ਕਈ ਬੰਦੇ ਜਾਂਦੇ ਸੀ ਕਿ ਘੋੜੀ ਲੈਣੀ ਆ, ਮੈਂ ਘੋੜੀ ਲੈ ਆਉਣੀ ਆ। ਕਈ ਜਾਂਦੇ ਸੀ ਮਈਆਂ ਲਿਆਉਣੀਆਂ, ਮੈਂ ਮਈਆਂ ਲਿਆਉਣੀਆਂ। ਕਿਸੇ ਨੂੰ ਬਲਦਾਂ ਦੀ ਲੋੜ ਆ, ਬਲਦ ਲੈ ਆਉਂਦੇ। ਅੱਛਾ। ਹਾਂਜੀ, ਇੱਦਾਂ ਚੱਲਦਾ ਸੀਗਾ। ਤੇ ਜਿਹੜੇ ਤੁਹਾਡੇ ਪਿੰਡ ਦੇ ਮੁਸਲਮਾਨ ਚਲ ਗਏ, ਹਾਂਜੀ, ਉਹਨਾਂ ਦਾ ਜਿਹੜਾ ਮਤਲਬ ਸਮਾਨ ਸੀਗਾ, ਘਰ-ਬਾਰ ਕਿਹਨਾਂ ਨੇ ਲੁੱਟੇ ਫਿਰ? ਜਿਹੜਾ ਚੱਕ ਕੇ ਲੈ ਗਿਆ ਉਹਦਾ ਸੀਗਾ। ਤੁਸੀਂ ਕੁਝ ਨਹੀਂ ਲਿਆ? ਆਪਾਂ ਨਹੀਂ ਲੈਂਦੇ, ਆਪਾਂ ਤਾਂ ਮੂਦਦੇ ਨਹੀਂ, ਹੁਣ ਤੱਕ ਵੀ ਨਹੀਂ ਮੂਦਦੇ, ਲੋੜ ਹੀ ਨਹੀਂ ਹੈ। ਅੱਗੇ ਵੀ ਕੰਮ ਕਰਦੇ ਰਹੇ ਆ, ਹੁਣ ਵੀ ਕਰਦੇ ਆ। ਵਾਹ। ਮਾੜਾ ਮੋਟਾ ਘੁਲਣ ਦਾ ਸ਼ੌਕ ਇਹਨਾਂ ਦੇ ਬਜ਼ੁਰਗਾਂ ਨੂੰ ਸੀਗਾ, ਸਾਨੂੰ ਵੀ ਸੀਗਾ। ਅੱਛਾ। ਜੇ ਕੋਈ ਕਰੜਾਈ ਹੋਈ ਤਾਂ ਮੋਹਰੇ ਕਰੜਾਈ ਵਰਤਾ ਦਿਖਾਣੀ, ਨਹੀਂ ਤਾਂ ਬਿਲਕੁਲ ਨਹੀਂ, ਮੁੱਠ ਕੀਤੀ ਰੱਖੋ। ਤੁਸੀਂ ਕਿੰਨੇ ਕੁ ਕੰਮ ਕੀਤੇ ਆਪਣੀ ਜ਼ਿੰਦਗੀ 'ਚ? ਕੰਮ ਅਸੀਂ ਤੁਹਾਨੂੰ ਜ਼ਿਆਦਾ ਕੀ ਦੱਸਣੇ ਆ। ਅਸੀਂ ਇੱਕ ਤਾਂ ਨਹੀਂ ਕੀਤੀ ਚੋਰੀ, ਦੂਜੀ ਨਹੀਂ ਕੀਤੀ ਕਿਸੇ ਨਾਲ ਹੇਰਾ ਫੇਰੀ। ਵਾਹ। ਕੋਈ ਮੰਨੇ ਜਾਂ ਨਾ ਮੰਨੇ, ਠੀਕ। ਇਮਾਨਦਾਰੀ ਦੇ ਨਾਲ ਰਹੇ ਆ। ਹੁਣ ਵੀ ਤੁਹਾਡੀ ਦਇਆ ਨਾਲ ਜਿੱਧਰ ਨੂੰ ਮਰਜ਼ੀ ਚੱਲ ਜਾ, ਸਲਾਮਾਂ ਹੁੰਦੀਆਂ। ਵਾਹ ਜੀ ਵਾਹ। ਆ ਜਿਹੜਾ ਹੁਣ ਮੈਂ ਤੁਹਾਨੂੰ ਕੰਮ ਦੱਸ ਕੇ ਹਟਿਆ, ਵੀ ਫੇਰ ਅਗਲੇ ਨੂੰ ਕਹੀਦਾ ਵੀ ਇੱਦਾਂ ਕਰ, 5 ਦਿਨਾਂ ਜੋਗਾ ਦੁਆ ਖਾ।
ਫੇਰ ਆਈ, ਫੇਰ ਆ ਗਏ, ਫੇਰ ਪੈਸੇ ਲੈਣੇ, ਕਿਉਂ ਬਈ ਫਾਇਦਾ ਹੋਇਆ ਤੈਨੂੰ ਕਿ ਨਹੀਂ। ਬਾਬਾ ਜੀ, ਤੁਸੀਂ ਜਿਹੜੇ ਨੁਸਖੇ ਸਿੱਖੇ ਆ, ਹਮ। ਇਹ ਕਿੱਥੋਂ ਸਿੱਖਿਆ? ਤੁਹਾਡਾ ਉਸਤਾਦ ਕੌਣ ਸੀ? ਅੰਮ੍ਰਿਤਸਰ ਦਾ ਰੋੜਾ ਸੀ, ਘੋੜਾ ਚਲਾਉਂਦੇ ਹੁੰਦੇ ਸੀ। ਮੈਂ 50 ਸਾਲ ਘੋੜੇ ਦਾ ਕੰਮ ਘੋੜੇ ਦਾ ਕੀਤਾ, ਮਤਲਬ ਟਾਂਗੇ ਦਾ? ਟਾਂਗੇ ਦਾ। ਇਹ ਕਿੱਥੋਂ ਕਿੱਥੇ ਜਾਂਦੇ ਹੁੰਦੇ ਸੀ? ਆਲ ਇੰਡੀਆ ਤੇ ਫਿਰਦੇ ਰਹੇ ਆ। ਉੱਦਾਂ ਪਿੰਡਾਂ ਵਿੱਚ ਕਿਸੇ ਨੂੰ ਕੋਈ ਪੁੱਛਦਾ ਨਹੀਂ, ਸਾਨੂੰ ਸਾਰੀ ਦੁਨੀਆ ਪੁੱਛਦੀ ਸੀ। ਦੂਰ ਜਾਣਾ, ਨੇੜੇ ਜਾਣਾ, ਟਾਂਗਾ ਘੋੜਾ ਵੀ ਖਰਾ ਰੱਖਣਾ, ਆਪ ਵੀ ਘਰੇ ਰਹਿਣਾ। ਟਾਂਗੇ ਵਾਲਾ ਖਾਨ ਕਹਿੰਦੇ ਹੋਣੇ ਤੁਹਾਨੂੰ ਨਾ? ਹਾਂਜੀ। ਤੇ ਕੰਮ ਕਰਤਾ, ਜਿਹੜਾ ਕੋਈ ਨੇਕੀ ਦਾ ਕੰਮ ਕਰੋ, ਬਸ ਨੇਕੀ ਦਾ ਨਾ ਕਰੋ। ਜੇ ਕਿਸੇ ਨੇ 300 ਰੁਪਈਆ ਕੀਤਾ, ਅਗਲੇ ਨੇ 200 ਦੇ ਕੇ ਕਹਿਤਾ ਜੀ ਸਾਡੇ ਕੋਲ ਹੋਰ ਹੈ ਨਹੀਂ, ਉਹ ਚੱਲ ਜਾ, ਕੋਈ ਨਹੀਂ, ਚੱਲ ਜਾ। ਬਈ ਟਾਂਗੇ ਤੇ ਸਿਰਫ ਸਵਾਰੀਆਂ ਜਾਂਦੀਆਂ ਸੀ ਜਾਂ ਸਮਾਨ ਵੀ ਜਾਂਦਾ ਹੁੰਦਾ ਸੀ ਉਦੋਂ? ਸਮਾਨ ਉਦੋਂ ਮਹਾਰਾਜ ਜੀ ਪੇਟੀ ਹੁੰਦੀ ਸੀ, ਜਾਂ ਪਣਗ ਹੁੰਦਾ ਸੀ, ਵਾਹ ਜੀ ਵਾਹ। ਮੇਜ਼ ਕੁਰਸੀਆਂ ਨਹੀਂ ਸੀ ਹੁੰਦੇ। ਨਹੀਂ, ਵੈਸੇ ਤੁਸੀਂ ਕਿੰਨੀ ਕੁ ਦੂਰ ਤੱਕ ਟਾਂਗਾ ਲੈ ਕੇ ਗਏ ਆ? ਆ ਸੁਣ ਲਓ ਮਹਾਰਾਜ ਜੀ, ਜੀ। ਲੁਧਿਆਣੇ ਪਰੇ ਛਪਾਰ ਹੈ, ਹਾਂਜੀ। 28-29 ਸਾਲ ਛਪਾਰ ਦਾ ਮੇਲਾ ਵਾਇਆ ਮਹਾਰਾਜ ਜੀ, ਅੱਛਾ। ਇੱਥੋਂ ਜਾ ਕੇ। ਬੱਲੇ। ਫੇਰ ਰਿਸ਼ਤੇਦਾਰੀਆਂ ਆਪਣੇ ਉਧਰ ਘਰ ਰਿਸ਼ਤੇਦਾਰਾਂ ਦੇ ਨਹੀਂ ਜਾਣਾ। ਸਾਡੇ ਉੱਥੇ ਛਪਾਰ ਦੇ ਵਿੱਚ ਹੀ ਐਸੇ ਬੰਦੇ ਬਣਾਏ ਹੋਏ ਸੀ, ਯਾਰ ਦੋਸਤ, ਜਾਣੀ ਹੱਥੀਂ ਚੱਕ ਲੈਂਦੇ ਸੀ ਤਾਂ ਹੀ। ਵਾਹ। ਜਦ ਜਾਣਾ, ਜਾ ਕੇ ਬੈਠਣਾ, ਸਰਵਣ ਖਾਂ ਇੱਧਰ ਆ ਜਾ, ਇੱਧਰ ਆ ਜਾਓ। ਹਾਂਜੀ ਬਾਬਾ ਜੀ, ਕਿੱਦਾਂ ਘਰ ਦਾ ਹਾਲ? ਹਾਂਜੀ ਠੀਕ ਆ, ਤੁਸੀਂ ਸੁਣਾਓ? ਅਸੀਂ ਵੀ ਠੀਕ ਆ। ਸਾਨੂੰ ਨਹੀਂ ਰੋਟੀ ਨਹੀਂ ਕਦੇ ਪਕਾਉਣ ਦਿੱਤੀ ਸੀ। ਤਕਾਲਾਂ ਨੂੰ ਰੋਟੀ ਪੱਕੀ ਪਕਾਈ ਖਾਓ, ਤਾਂ ਸਵੇਰ ਨੂੰ ਪੱਕੀ ਪਕਾਈ ਖਾ ਕੇ ਕੰਮ ਤੇ ਜਾਓ। ਉਹ ਮੇਲੇ 'ਚ ਕੀ ਕਰਦੇ ਹੁੰਦੇ ਸੀ? ਸਵਾਰੀਆਂ ਤੋਂ ਢੂਣੀਆਂ, ਇਹ ਉੱਥੋਂ ਅੱਡੇ ਤੋਂ? ਉੱਥੋਂ ਆਪਣੇ ਮੰਡੀ ਅਹਿਮਦਗੜ੍ਹ ਤੋਂ ਹਾਂ। ਛਪਾਰ ਨੂੰ ਜਾਂਦੇ ਹੁੰਦੇ ਸੀਗੇ। ਵਾਹ ਜੀ ਵਾਹ। ਉੱਥੇ ਚੱਲਦੇ ਹੁੰਦੇ ਸੀਗੇ ਨੰਬਰ, ਟਾਂਗਾ ਨੰਬਰ ਬਾਰ ਜਾਣਾ ਆ। ਕੋਈ ਰੁਪਈਆ ਲੈ ਲਵੇ, ਕੋਈ 50 ਪੈਸੇ ਲੈ ਲਵੇ, ਅਸੀਂ ਕਹਿਣਾ ਵੀ 2 ਰੁਪਏ ਸਵਾਰੀ ਦੇ ਲੈਣੇ ਆ, ਮਰਜ਼ੀ ਬੈਠਿਓ, ਨਹੀਂ ਪਿੱਛੇ ਹਟ ਜਾਓ। ਬਾਬਾ ਕਮਾਈ ਕਰਕੇ ਲਿਆਉਣੀ ਤੁਸੀਂ 2-3 ਦਿਨ? ਮੈਂ ਕਹਿੰਦਾ ਜੀ ਤੁਸੀਂ ਦੇਖ ਸੁਣੀ ਜਾਓ। ਨਹੀਂ ਕਹਿਣਾ ਅੱਛਾ। ਉਹਨੇ ਜੀ 2-2 ਗੇੜੇ, 3-3 ਗੇੜੇ ਲਾ ਕੇ ਨਾ ਐਨ ਹੌਲੇ ਹੋ ਕੇ ਬਹਿ ਜਾਣਾ। ਕਿਸੇ ਨੇ ਪਾਈਆ ਪੀਣ ਲੱਪਣਾ, ਕਿਸੇ ਨੇ ਅਧੀਆ ਪੀਣ ਲੱਪਣਾ। ਅਸੀਂ ਜਦ ਲੱਦਣੀਆਂ ਸਵਾਰੀਆਂ ਵੀ ਦੇਖ ਲਾ ਵੀ 17-18 17-18 ਵਾਹ। ਲੱਦ ਕੇ ਲਿਜਾਣੀਆਂ। ਇੱਕ ਵਾਰੀ ਸਾਨੂੰ ਕਹਿੰਦੇ ਪੁਲਿਸ ਵਾਲੇ, ਕਹਿੰਦੇ ਬਈ ਆ ਦੇਖ ਲਾਈਨਾਂ ਲੱਗੀ ਹੋਈਆਂ 3, ਤੂੰ ਸਾਰੇ ਤੇ ਮੂਹਰੇ ਲਿਆ ਕੇ ਇੱਥੇ ਲਾਤਾ ਆ। ਮੈਂ ਕਿਹਾ ਜੇ ਇਹਨਾਂ 'ਚ ਮੂਹਰੇ ਪਾਵਰਾਂ ਤੇ ਲਾ ਦੇਣ। 26 ਪਿੰਡ ਸਵਾਰੀਆਂ ਦਾ ਚਲਾਨ ਕੀਤਾ ਹੈ ਉਹਨਾਂ ਨੇ, ਸਾਨੂੰ ਐਡਾ ਫਰਲਾ ਬਣਾ ਕੇ ਦਿੱਤਾ ਪੁਲਿਸ ਵਾਲਿਆਂ ਨੇ, ਫਗਵਾੜੇ ਵਾਲਿਆਂ ਨੇ, ਤੇ ਜਾਓ ਆਲ ਇੰਡੀਆ ਤੇ ਵੀ ਤੁਹਾਡਾ ਕੋਈ ਚਲਾਨ ਨਹੀਂ ਕਰ ਸਕਦਾ। ਨਾਲ ਗਏ ਬੰਗਿਆਂ ਤੱਕ ਬੈਠ ਕੇ 8 ਬੰਦੇ। ਉਹ ਨਹੀਂ, ਜਦ ਫਿਰ ਉਹਨਾਂ ਨੂੰ ਮੈਂ ਕੱਢ ਕੇ ਦਿਖਾ ਲਿਆ, ਮੈਂ ਕਿਹਾ ਦੇਖਿਓ ਤੇ ਜੀ। ਉਹ ਕਹਿੰਦੇ ਭਰਾਵਾ ਜਾ ਮੌਜ ਲੈ। ਇਹ ਜਿਹੜੇ ਆ ਬੰਦੇ ਸਾਡੇ ਭਰਾ ਕੰਮ ਕਰਦੇ ਸੀ, ਇਹਨਾਂ 'ਚ ਬੈਲ ਵਧਿਆ ਸੀ ਬਹੁਤ। ਕੋਈ ਨਸ਼ਾ ਡੋਡਿਆਂ ਦਾ ਕਰਨਾ, ਕਿਸੇ ਫੀਮ ਦਾ ਕਰਨਾ। ਤੁਸੀਂ ਕੋਈ ਨਸ਼ਾ ਨਹੀਂ ਕੀਤਾ ਨਾ? ਅੱਜ ਤੱਕ ਜੀ ਸ਼ਰਾਬ ਜਿਹੜੀ ਆ, ਘੜਿਆਂ ਦੇ ਘੜੇ, ਮੱਟਾਂ ਦੇ ਮੱਟ ਚੱਕ ਕੇ ਗਾਹਾਂ ਪਿਛਾਂ ਕਰਾਤੇ। ਡਰਮ ਜਿਹੜਾ ਲਾਹਣ ਦਾ ਭਰਿਆ ਆ, ਢੱਕਣ ਲਾਇਆ ਹੋਵੇ ਤਾਂ ਹਜੇ ਵੀ ਤੁਹਾਡੀ ਦਇਆ ਨਾਲ ਪਿੱਠ 'ਤੇ ਰੱਖ ਕੇ ਲੈ ਜਾਈਦਾ। ਆਪਾਂ ਨਹੀਂ ਪੀ ਕੇ ਦੇਖੇ। ਚਲੋ ਵਧੀਆ। ਅੱਛਾ, ਉਹ ਵੀ ਤੁਹਾਡੀ ਜਿਹੜੀ ਮੈਰਿਜ, ਵਿਆਹ ਹੋਇਆ, ਹਾਂਜੀ, ਉਹ ਕਿੱਥੇ ਹੋਇਆ, ਕਿਹੜੇ ਪਿੰਡ? ਆ ਜੀ ਆ ਮਹਿਰੋਪੁਰ ਗਰਚੇ ਹੈ ਜੀ, ਔਰ ਰੋਡ ਅੱਪੜ, ਹਾਂਜੀ, ਬੰਗੇ ਸਾਈਡ 'ਤੇ ਉੱਥੇ ਹੋਇਆ ਜੀ। ਤੁਹਾਡੀ ਬਰਾਤ ਵੀ ਮਿਲ ਜਾਂਦੀ ਹੈ ਇੱਧਰ? ਹੈ ਘੱਟ ਆ, ਦੋਗਲੇ ਬਹੁਤ ਵਾ। ਬਾਬਾ ਜੀ ਇੱਕ ਦੱਸਿਓ ਕਿ ਪਾਕਿਸਤਾਨ ਬਣ ਗਿਆ, ਬਹੁਤੇ ਮੁਸਲਮਾਨ ਉੱਧਰ ਚਲ ਗਏ, ਕੁਝ ਰਹਿ ਗਏ, ਜੀ ਤੁਸੀਂ ਇੱਥੇ ਇਸੇ ਸਮਾਜ 'ਚ ਰਚ ਮਿਚ ਗਏ। ਹਾਂਜੀ। ਮਤਲਬ ਜ਼ਿੰਦਗੀ ਦੇ ਕਿਸੇ ਮੋੜ ਤੇ, ਕਿਸੇ ਪੜਾਅ ਤੇ
ਤੁਹਾਨੂੰ ਕਿਸੇ ਨੇ ਕੋਈ ਮਿਹਣਾ ਮਾਰਿਆ ਹੋਵੇ, ਕੋਈ ਤੁਹਾਨੂੰ ਲੱਗਿਆ ਹੋਵੇ ਕਿ ਇੱਥੇ ਡਰ ਆ ਇਸ ਪਿੰਡ ਦੇ ਵਿੱਚ? ਕੋਈ ਮੇਰਾ ਨਹੀਂ ਮਾਰਿਆ ਕਿਸੇ ਨੇ, ਕੋਈ ਡਰ ਨਹੀਂ ਗਈ। ਕੋਈ ਧੱਕਾ ਨਹੀਂ ਕੀਤਾ? ਨਾ ਜੀ ਨਾ। ਨਾਲੇ ਗੱਲ ਤਾਂ ਹੋਰ ਆ, ਜਿਹੜੇ ਸਾਡੇ ਭਰਾ ਸੀਗੇ ਇਹਨਾਂ ਦੇ ਬਾਬੇ ਜੀ, ਜੀ ਜੀ ਜੀ। ਸਾਡੇ ਨਾਲੋਂ ਵਾਧੂ ਸੀ। ਮਤਲਬ ਇਹਨਾਂ ਦੇ ਵਿੱਚ ਰਹਿ ਕੇ, ਬੈਠ ਕੇ, ਬਜ਼ੁਰਗਾਂ ਦੇ ਨਾਲ ਰਹਿ ਕੇ ਤੇ ਉਦਾਂ ਦੀ ਮੱਤ ਆਉਣੀ ਆ। ਬਸ ਤੁਸੀਂ ਝੁਕੇ ਨਹੀਂ, ਲਿਫੇ ਨਹੀਂ, ਨਾ ਨਾ। ਪਿੱਠ ਤੇ ਥਾਪੜਾ ਸੀਗਾ, ਆਓ ਆਸਰਾ ਸੀ, ਬਹੁਤ। ਪਿਆਰ ਸੀ, ਹੈ ਨਾ, ਸਾਰਾ ਕੁਝ ਸੀ। ਅੱਛਾ, ਤੁਸੀਂ ਤਾਂ ਚਲੋ ਨਹੀਂ ਪੜ੍ਹ ਸਕੇ, ਤੁਸੀਂ ਤਾਂ ਚਲੋ ਮਾਸਟਰ ਨੂੰ ਅਨਪੜ੍ਹ ਰਹਿ ਗਿਆ ਜੀ। ਫੱਟੜ ਕਰਕੇ ਆ ਗਏ ਘਰ। ਆਹੋ। ਤੁਹਾਡੀ ਔਲਾਦ ਕਹਾਂ ਪੜ੍ਹੀ ਫਿਰ? ਉਹ ਜੀ 2 ਲੜਕੇ ਸੀਗੇ ਤੇ 3 ਲੜਕੀਆਂ ਸੀ। ਇੱਕ ਲੜਕੀ ਗੁਜ਼ਰ ਗਈ ਸੀ, 2 ਵਿਆਹਤੀਆਂ। ਘਰ ਵਾਲੀ ਮਰੀ ਨੂੰ 50 ਕੁ ਸਾਲ ਹੋ ਗਏ, ਮਰ ਗਈ। ਅੱਛਾ ਅੱਛਾ। ਹਾਂਜੀ। ਕਿੰਨੀਆਂ ਪੱਤੀਆਂ ਇਸ ਪਿੰਡ ਦੀਆਂ? 5। ਕੀ ਨਾਂ ਹੈ ਜੀ? ਪੱਟੀ ਬਾਦਲ, ਨੀਆਂ, ਸੂਰਸੀਆ, ਜੋਧਾ, ਸਰਜਾ। ਇਹ ਕਿਹੜੀ ਪੱਤੀ ਹੈ ਜੀ? ਇਹ ਸੂਰਸੀਆ। ਅੱਛਾ ਅੱਛਾ ਅੱਛਾ। ਤੁਸੀਂ ਇਸ ਪੱਤੀ ਦੇ ਸੀਗੇ? ਇਸ ਪੱਤੀ ਦੇ ਸੀ, ਇਸ ਪੱਤੀ 'ਚ ਹੀ ਰਹੇ ਹਾਂ। ਤੇ ਬਾਕੀਆਂ ਪੱਤੀਆਂ ਦੇ ਵਿੱਚ ਵੀ ਮੁਸਲਮਾਨ ਸੀਗੇ? ਉਹ ਜੀ ਬਹੁਤ ਸੀ ਮੁਸਲਮਾਨ, ਤੇ ਇੱਥੇ ਵੱਢਣ ਲੱਪਾ ਦਾ 11 ਦਿਨ ਨਾਲ ਸੀ ਮੁੱਕਦੇ। ਤੁਸੀਂ 47 ਦੇ ਵਿੱਚ ਆਪਣੇ ਘਰੇ ਰਹੇ ਜਾਂ ਕਿਤੇ ਤੁਸੀਂ ਸ਼ਰਨ ਲਈ ਲੁਕੇ ਕਿਤੇ? ਲੈ ਦੱਸੋ ਜੀ, ਸ਼ਰਨ ਨਹੀਂ ਸੀ ਲੈਂਦੇ। ਅਗਲੇ ਨੂੰ ਇੰਨਾ ਕੁ ਪਤਾ ਵੀ ਜੇ ਇਹਨਾਂ ਦੇ ਦਰਵਾਜ਼ੇ ਤੋਂ ਅੰਦਰ ਪੈਰ ਪਾਇਆ ਤਾਂ ਗਾਟਾ ਪਹਿਲਾਂ ਹੀ ਲਿਥਾਇਆ ਹੋਣਾ। ਬੰਦੇ ਦਾ ਕੋਈ ਵਸੇਬਾ ਨਹੀਂ ਸੀਗਾ। ਜੇ ਕਿਸੇ ਆਉਣਾ ਜਨਾਨੀ ਨੇ ਵੀ ਬਾਹਰੋਂ ਪਹਿਲਾਂ ਹਾਕ ਮਾਰਨੀ, ਪੁੱਛਣਾ ਮੈਂ ਅੰਦਰ ਵੜਨਾ, ਹਾਂ ਵੀ ਕਿੱਦਾਂ ਆਇਆ ਤੂੰ, ਦੱਸ ਆਹ ਕੰਮ। ਅੱਛਾ ਆ ਜਾ। ਇਹ ਆਪਣੋ ਆਪਣੇ ਖਿਆਲ ਹੁੰਦੇ ਆ। ਠੀਕ। ਅੱਛਾ ਬਾਬਾ ਜੀ, ਐਂ ਦੱਸਿਓ ਵੀ ਕੋਈ ਆਇਆ 47 ਤੋਂ ਬਾਅਦ ਆਪਣਾ ਪਿੰਡ ਵੇਖਣ ਮੁਸਲਮਾਨਾਂ 'ਚ? ਕੋਈ ਨਹੀਂ ਜੀ ਆਇਆ। ਠੀਕ। ਜੇ ਤੁਹਾਡੇ ਤਾਏ ਦੇ ਮੁੰਡੇ ਸੀ, ਤੁਹਾਡੇ ਹਾਣੀ ਹੋਣਗੇ, ਤੁਹਾਡੇ ਦੋਸਤ ਹੋਣਗੇ, ਕਦੀ ਦਿਲ ਨਹੀਂ ਤੜਫਿਆ ਵੀ ਯਾਰ? ਉਹ ਦਿਲ ਉਹਨਾਂ ਦਾ ਤੜਫਦਾ ਸੀ। ਉਹ ਕਹਿੰਦੇ ਤੁਸੀਂ ਕਾਫਰਾਂ ਦੇ ਵਿੱਚ ਕਿਉਂ ਬੈਠੇ ਆ? ਅਸੀਂ ਆ ਕਾਫਰ ਤਾਂ ਤੁਸੀਂ ਆ, ਅਸੀਂ ਨਹੀਂ ਕਾਫਰ। ਸਾਡੇ ਭਰਾ ਸੀ ਇਹ, ਸਾਡੇ ਤਾਂ ਖੂਨ ਦਿੰਦੇ ਸੀ, ਅਸੀਂ ਇਹਨਾਂ ਦੇ ਤਾਂ ਖੂਨ ਦਿੰਦੇ। ਇਹ ਮੁੜ ਕੇ ਕੋਈ ਗੱਲ ਕਰਨ ਲਈ ਰਹਿੰਦੀ ਹੈ ਜੇ ਕਾਫਰ ਦੱਸੇ ਅਗਲਾ। ਠੀਕ। ਅਸੀਂ ਕਹਿਣਾ ਤੁਹਾਡੇ ਚਿੱਤ ਕਰਦਾ ਆਇਓ, ਨਹੀਂ ਚਿੱਤ ਕਰਦਾ ਸਾਨੂੰ ਮਿਲਣ ਨਾ ਆਇਓ। ਕੁਛ ਨਹੀਂ ਅੜਿਆ ਆ। ਸੰਨ 47 ਦੇ ਬਾਅਦ 'ਚ ਮੇਰਾ ਵਿਆਹ ਹੋਇਆ। ਉਦੋਂ ਬਾਅਦ ਦੇ ਵਿੱਚ ਭੈਣਾਂ ਦੇ ਵੀ ਦੋਂਦੇ ਕਰ ਦਿੱਤੇ। ਬਾਅਦ ਦੇ ਵਿੱਚ ਫਿਰ ਗਾਹਾਂ ਸਾਡੇ ਬਾਲ ਬੱਚਾ ਹੋ ਗਿਆ, ਤਕੜਾ ਹੋ ਗਿਆ, ਉਹਨਾਂ ਦੇ ਵੀ ਗਾਹਾਂ ਕਾਰਜ ਹੁੰਦੇ ਰਹੇ। ਹੁਣ ਇਸ ਲਈ ਜ਼ਿਆਦਾ ਨਹੀਂ, 150 ਜੀ ਹੋਣਾ ਸਾਡੇ ਰਿਸ਼ਤੇਦਾਰਾਂ ਦਾ। ਅੱਛਾ, ਕਿਹੜੇ ਕਿਹੜੇ ਪਿੰਡਾਂ 'ਚ ਰਿਸ਼ਤੇਦਾਰੀਆਂ ਆ ਵੈਸੇ? ਮੋਟਾ ਮੋਟਾ ਦੱਸ ਦਿਓ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਮੇਰੇ ਰਿਸ਼ਤੇਦਾਰੀਆਂ। ਕਿਹੜੇ ਪਿੰਡ ਜੀ? ਹਾਂਜੀ, ਕਿਹੜੇ ਪਿੰਡ? ਮਿਰਜ਼ਾਪੁਰ, ਖੁਡਿਆਲਾ ਜੀ। ਠੀਕ ਹੈ ਜੀ, ਠੀਕ ਹੈ। ਮੈਂ ਜਾਣਦਾ ਮਾਸਟਰ ਹੋਣਾ ਨੂੰ। ਮਾਸਟਰ ਹੋਣੀ ਜਿਹੜੇ ਆ, ਆਹੋ, ਮੈਂ ਜਾਣਦਾ ਉਹਨਾਂ ਨੂੰ। ਮੁਹੰਮਦ ਸਦੀਕ, ਮੁਹੰਮਦ ਸਦੀਕ ਹੋਣੀ ਮੈਂ ਜਾਣਦਾ। ਮੁਹੰਮਦ ਸ਼ਰੀਫ। ਉਹ ਮੁਹੰਮਦ ਸ਼ਰੀਫ ਬੜਾ ਆ, ਮਾਸਟਰ ਆ। ਸਦੀਕ ਛੋਟਾ ਆ। ਹਾਂ ਮੈਂ ਜਾਣਦਾ। ਉਹ ਆਪਣੇ ਵਿਆਹ ਆ ਮੁਹੰਮਦ ਸਦੀਕ ਜਿਹੜਾ ਅੱਛਾ ਜੀ। ਸਾਡਾ ਬਣੋਈ ਆ। ਅੱਛਾ, ਮੈਂ ਜਾਣਦਾ ਉਹਨਾਂ ਨੂੰ। ਅੱਛਾ, ਹੋਰ ਕਿੱਥੇ ਕਿੱਥੇ ਰਿਸ਼ਤੇਦਾਰੀਆਂ? ਹੋਰ ਤਾਂ ਹੁਣ ਇੱਥੋਂ ਬਿਆਸ ਵੱਲ ਨੂੰ ਚਲੇ ਜਾ, ਕਈ ਪਿੰਡ ਆ ਜਿਹੜੇ ਆਪਣੇ ਰਿਸ਼ਤੇਦਾਰੀਆਂ ਹੈ, ਵਿੱਚ ਹੈ, ਪਰ ਆਪਾਂ ਕਦੇ ਗਏ ਨਹੀਂ ਕਿਸੇ ਦੇ। ਤੇ ਉਹ ਨਾ ਕੋਈ ਕੰਮ ਆ, ਨਾ ਜਾਣਾ ਆ। ਅੱਛਾ, ਈਦ ਦੀਆਂ ਰੌਣਕਾਂ ਕਿੰਨੀਆਂ ਕੁ ਹੁੰਦੀਆਂ ਸੀ 47 ਤੋਂ ਪਹਿਲਾਂ? ਈਦ ਦੀਆਂ ਰੌਣਕਾਂ ਉਦੋਂ ਬਥੇਰੀਆਂ ਹੁੰਦੀਆਂ ਸੀਗੀਆਂ। ਉਹਨਾਂ ਵੇਲਿਆਂ 'ਚ ਇੱਕ ਦੂਏ ਨੂੰ, ਬੰਦੇ ਨੂੰ, ਇਨਸਾਨ ਸਮਝਦੇ ਸੀ। ਹੁਣ ਤਾਂ ਨਾਲ ਦੇ ਜੰਮੇ ਸਾਥ ਨੇ ਵੀਰ ਜੀ ਦਿੰਦੇ, ਤਾਂ ਦੂਏ ਨੇ ਤਾਂ ਕੀ ਦੇਣਾ। ਹੁਣ ਮਸਜਿਦ ਨਵੇਂ ਸਿਰੋਂ ਬਣਾਈ ਆ ਜਾਂ ਉਹੀ ਨਹੀਂ, ਆ? ਇਹ ਪਹਿਲੀ ਆ, ਉਹੀ ਇਮਾਰਤ ਆ? ਉਹੀ ਵਾ। ਜਦੋਂ ਇਹ ਪਾਕਿਸਤਾਨ ਦੀ ਤਹਿਰੀਕ ਚੱਲ ਰਹੀ ਸੀਗੀ, ਤੁਹਾਡੇ ਸਕੂਲਾਂ 'ਚ ਵੀ ਕਹਿੰਦੇ ਲੋਕ ਆਉਂਦੇ ਸੀ, ਤੁਹਾਡੇ ਪਿੰਡ ਦੇ ਵਿੱਚ ਵੀ 1-2 ਮੁਸਲਿਮ ਲੀਗੀ ਜਿਨ੍ਹਾਂ ਨੂੰ ਲੀਗੀਏ ਕਹਿੰਦੇ ਸੀ ਹੋਣਗੇ?
ਹੋ ਸਕਦਾ ਵੀ ਪੜ੍ਹਿਆ ਲਿਖਿਆ ਨੂੰ ਪਤਾ ਹੋਊਗਾ, ਤੁਹਾਨੂੰ ਨਹੀਂ ਪਤਾ। ਇਹਨੇ ਵਿੱਚ ਆਪਾਂ ਝੂਠ ਕਿਉਂ ਬੋਲੀ। ਚਲੋ ਲਓ ਜੀ, ਅਸੀਂ ਗੱਲ ਕੀਤੀ ਅੱਜ ਬੰਡਾਲੇ ਪਿੰਡ ਦੇ ਵਿੱਚ ਜਨਾਬ ਸਰਵਣ ਖਾਨ ਜੀ ਨਾਲ। ਅਸੀਂ ਮਹਿਸੂਸ ਇਹ ਕੀਤਾ ਕਿ ਬਾਬਾ ਜੀ ਨੂੰ ਆਪਣੇ ਪਿੰਡ ਦਾ ਜਿਹੜਾ ਮੋਹ ਆ ਉਹ ਸਭ ਤੋਂ ਉੱਪਰ ਆ। ਬਰਾਦਰੀਆਂ ਸਾਂਝਾਂ ਉਹ ਬਾਕੀ ਸਾਰੀਆਂ ਗੱਲਾਂ ਬਾਅਦ 'ਚ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਸ ਮਿਹਰਬਾਨੀ ਜੀ, ਉਹਦਾ ਹੀ ਆ, ਰਾਜੀ ਸ਼ੁਕਰੀਆ ਰਹੋ। ਜੀ।